ਤਪਦਾ ਸੱਚ ਨਿਊਜ਼ ਦੇਖਣ ਵਾਲੇ ਦੇਸ਼ ਵਿਦੇਸ਼ ਵਿੱਚ ਬੈਠੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਇਸ ਵਕਤ ਅਸੀਂ ਬੈਠੇ ਹੋਏ ਹਾਂ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਠੱਠੀਆਂ ਖੁਰਦ ਦੇ ਵਿੱਚ। ਸਾਡੇ ਨਾਲ ਬੈਠੇ ਹੋਏ ਨੇ ਬਾਬਾ ਕਰਮਵੀਰ ਸਿੰਘ ਜੀ, ਸਾਡੇ ਨਾਲ ਨੇ ਕਰਮਜੀਤ ਸਿੰਘ ਜੀ ਸਾਡੇ ਨਾਲ ਨੇ। ਇਹਨਾਂ ਦੇ ਇੱਕ ਸੰਸਥਾ ਇਹਨਾਂ ਵੱਲੋਂ ਚਲਾਈ ਜਾ ਰਹੀ ਆ, ਧੰਨ ਧੰਨ ਬਾਬਾ ਵੀਰ ਸਿੰਘ ਜੀ ਨੁਰੰਗਾਬਾਦੀ ਵੈਲਫੇਅਰ ਜਿਹੜੀ ਸੁਸਾਇਟੀ ਉਹਨਾਂ ਵੱਲੋਂ ਚਲਾਈ ਜਾ ਰਹੀ ਆ, ਜਿਹਦੇ ਤਹਿਤ ਇਹਨਾਂ ਵੱਲੋਂ ਗੁਰਮਤਿ ਪ੍ਰਚਾਰ ਤੋਂ ਇਲਾਵਾ ਹੋਰ ਵੀ ਕਾਫੀ ਜਿਹੜੇ ਸਮਾਜ ਸੇਵਾ ਦੇ ਕਾਰਜ ਉਹ ਕੀਤੇ ਜਾ ਰਹੇ ਨੇ। ਇਹਨਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਚਲਾਈ ਜਾ ਰਹੀ ਹੈ ਸੰਸਥਾ। ਕੀ ਕੁਝ ਵਾ ਸੰਸਥਾ ਦੇ ਵਿੱਚ ਆਪਾਂ ਸਾਰੀ ਗੱਲਬਾਤ ਇਹਨਾਂ ਦੇ ਜ਼ਬਾਨੀ ਸੁਣਦੇ ਹਾਂ। ਕਿੰਨਾ ਚਿਰ ਹੋ ਗਿਆ ਸੰਸਥਾ ਨੂੰ, ਕੀ ਸੰਸਥਾ ਕੰਮ ਕਰਦੀ ਹੈ। ਹਾਂਜੀ ਬਾਈ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਾਈ, ਤੁਸੀਂ ਟੀਵੀ ਜੋ ਅੱਜ ਮੀਡੀਆ ਦੇ ਯੁੱਗ ਦੇ ਵਿੱਚ ਇਹ ਆਪਣੇ ਹੈੱਡ ਹਾਊਸ ਦੇ ਉੱਪਰ ਪਹੁੰਚੇ ਹੋ। ਧੰਨਤਾ ਦੇ ਯੋਗ ਸਤਿਗੁਰੂ ਰਹਿਮਤਾਂ ਬਖਸ਼ਾਂ ਕਰਨ। ਜੋ ਸਾਡਾ ਜਿਹੜਾ ਮਿਸ਼ਨ ਆ ਇਸ ਭਵਜਲ ਸੰਸਾਰ ਦੇ ਸਫ਼ਰ ਦੇ ਵਿੱਚ ਇਨਸਾਨੀਅਤ ਨੂੰ ਗੁਰਮਤਿ ਦੇ ਸਿਧਾਂਤ ਦੇ ਮੁਤਾਬਕ ਆਪ ਵੀ ਸਮਝਣਾ ਅਤੇ ਜੋ ਇਨਸਾਨੀਅਤ ਆ ਉਹਨੂੰ ਵੀ ਗੁਰਮਤਿ ਦੇ ਧਾਰਨੀ ਬਣਾਉਣਾ। ਜੋ ਟਕਸਾਲੀ ਨਿਯਮ ਹੈ, ਟਕਸਾਲੀ ਸਾਡਾ ਸਿਧਾਂਤ ਹੈ। ਜਿਸ ਤਰ੍ਹਾਂ ਬਾਬਾ ਵੀਰ ਸਿੰਘ ਜੀ ਮਹਾਂਪੁਰਖ, ਨਰੰਗਾਬਾਦ ਵਾਲੇ ਮਹਾਂਪੁਰਖ, ਜਿਨ੍ਹਾਂ ਨੇ ਇਸ ਭਵਜਲ ਸੰਸਾਰ ਦੇ ਸਫ਼ਰ ਦੇ ਵਿੱਚ ਰਹਿ ਕੇ ਭਗਤਾਂ ਦੀ ਦੁਨੀਆ ਦੇ ਵਿੱਚੋਂ, ਸ਼ਹੀਦਾਂ ਦੀ ਦੁਨੀਆ ਦੇ ਵਿੱਚੋਂ ਇੱਕ ਸ਼ਾਂਤਮਈ ਸ਼ਹੀਦ ਹੋਇਆ। ਕਿਉਂਕਿ ਇਹਨਾਂ ਸ਼ਹੀਦਾਂ ਦੇ ਅਸੀਂ ਇਹਨਾਂ ਜਿਸ ਤਰ੍ਹਾਂ ਦਾਸ ਨੂੰ ਭਾਵੇਂ ਦਮਦਮੀ ਟਕਸਾਲ ਦੇ ਵਿੱਚੋਂ ਕਿਉਂਕਿ ਵਿੱਦਿਆ ਪ੍ਰਾਪਤ ਹੋਈ ਹੈ, ਪਰ ਨਾਲ ਅਸੀਂ ਇਸ ਵਿਸ਼ੇ ਦੇ ਉੱਪਰ ਕਿਉਂਕਿ 2004 ਤੋਂ ਲੈ ਕੇ ਅਸੀਂ ਪੱਕੇ ਤੌਰ ਦੇ ਉੱਪਰ ਪਿੰਡਾਂ ਦੇ ਵਿੱਚ ਵਿਚਰ ਕੇ ਸੋਚਿਆ ਪ੍ਰਚਾਰ ਤਾਂ ਕਰਨਾ ਹੈ। ਪ੍ਰਚਾਰ ਦੇ ਨਾਲ ਸਾਡੀ ਜਿਹੜੀ ਜਨਰੇਸ਼ਨ ਹੈ ਕਿਉਂਕਿ ਉਹਨਾਂ ਨੂੰ ਕਿਉਂਕਿ ਲਾਇਬ੍ਰੇਰੀਆਂ ਦੇ ਵਿੱਚੋਂ ਸਾਡਾ ਜਿਹੜਾ ਸਾਹਿਤ ਹੈ, ਇੱਕ ਜਿਹੜਾ ਸਾਹਿਤ ਹੈ ਇਹ ਸਾਡਾ ਜਿਸ ਤਰ੍ਹਾਂ ਇਤਿਹਾਸ ਹੈ, ਇਹ ਨਾਲ ਕਿਉਂਕਿ ਗੁਰਬਾਣੀ ਦੀ ਕਸਵੱਟੀ ਦੇ ਉੱਪਰ ਜਿਹੜਾ ਪੂਰਾ ਉਤਰ ਸਕੇ ਉਹਦੇ ਮੁਤਾਬਕ ਕਿਉਂਕਿ ਨਾਲ ਪਬਲਿਕ ਜਨਤਾ ਦੇ ਵਿੱਚ ਕਿਉਂਕਿ ਲਾਇਬ੍ਰੇਰੀਆਂ ਇਹ ਯੂਜ਼ ਕਰਨੀਆਂ। ਅਸੀਂ ਇਹਦਾ ਵਿਸ਼ਾ ਸੀ ਜਿਹੜਾ ਜਦੋਂ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਸਾਨੂੰ ਕੁਝ ਗੁਰਸਿੱਖ ਮਿਲੇ, ਕੁਝ ਆਰਮੀ ਦੇ ਵਿੱਚੋਂ ਗੁਰਸਿੱਖ ਵੀ ਸੀਗੇ, ਪਬਲਿਕ ਜਨਤਾ ਦੇ ਵਿੱਚੋਂ ਵੀ ਸੀਗੇ। ਅਸੀਂ ਇਹਦਾ ਵਿਸ਼ਾ ਜਿਹੜਾ ਚੁਣਿਆ ਸੀ, ਇਹ ਸੰਸਥਾ ਵੱਲੋਂ ਕੋਈ ਜਿਸ ਤਰ੍ਹਾਂ ਅਸੀਂ ਗ੍ਰਾਹੀ ਕਰਨੀ ਹੈ, ਇਹ ਮਿਸ਼ਨ ਨਹੀਂ ਟਕਸਾਲੀ ਨਿਯਮਾਂ ਦੇ ਮੁਤਾਬਕ ਜੋ ਪਬਲਿਕ ਜਨਤਾ ਸਾਹਮਣੇ ਸਭ ਕੁਝ ਦੇਖਦੀ ਹੈ ਉਹਦੇ ਮੁਤਾਬਕ ਜੋ ਕੁਝ ਵੀ ਹੈ। ਕਿਉਂਕਿ ਜਿਸ ਤਰ੍ਹਾਂ ਹੁਣ ਦੇ ਸਮੇਂ ਦੇ ਮੁਤਾਬਕ ਦੇਖਿਆ ਜਾਵੇ, ਆਪਾਂ ਮੀਡੀਆ ਦੇ ਯੁੱਗ ਦੇ ਵਿੱਚ ਐਜੂਕੇਸ਼ਨ ਦਾ ਯੁੱਗ ਹੈ, ਅਸੀਂ ਬਹੁਤ ਪੜ੍ਹੇ ਲਿਖੇ ਗੁਰਸਿੱਖ ਹੈ। ਇਹਨਾਂ ਨਿਯਮਾਂ ਦੇ ਮੁਤਾਬਕ ਦੇਖਿਆ ਜਾਵੇ, ਅਸੀਂ ਜਿਹੜਾ ਇਹਦਾ ਵਿਸ਼ਾ ਸੀ ਕਿਉਂਕਿ ਗੁਰਮਤਿ ਪ੍ਰਚਾਰ ਦਾ ਨਿਸ਼ਕਾਮ, ਧਰਮ ਦਾ ਸਿੱਖੀ ਦਾ ਪ੍ਰਚਾਰ, ਗੁਰਬਾਣੀ ਨੂੰ ਲਗਾ ਮਾਤਰਾ ਕਰਕੇ ਸਮਝਣਾ। ਕਿਉਂਕਿ ਜਿਸ ਤਰ੍ਹਾਂ ਵਿਦਿਆਰਥੀ ਬੱਚੇ ਹੈ, ਇਹਨਾਂ ਨੂੰ ਗੁਰਮਤਿ ਦੇ ਪੱਖੋਂ ਨਾਲ ਜਾਣਕਾਰੀ ਦੇਣੀ, ਇਹ ਸਾਡਾ ਜਿਹੜਾ ਜ਼ਿੰਦਗੀ ਦਾ ਵਿਸ਼ਾ ਸੀ। ਅਸੀਂ ਇਹ ਵਿਸ਼ੇ ਦੇ ਨਾਲ ਸੋਚਿਆ ਕਿ ਅਸੀਂ ਕੋਈ ਗ੍ਰਾਹੀ ਨਹੀਂ ਕਿਤੋਂ ਕਰਨੀ। ਜਿਹੜੇ ਸਾਡੇ ਨਾਲ ਗੁਰਸਿੱਖ ਸੀ ਉਸ ਟਾਈਮ ਦੇ ਮੁਤਾਬਕ ਕਹਿਣ ਲੱਗੇ, ਬਾਬਾ ਜੀ ਆਪਾਂ ਗ੍ਰਾਹੀ ਨਹੀਂ ਕਰਨੀ, ਆਪਣਾ ਸਾਰਾ ਹੀ ਜੇ ਆਪਾਂ ਵਿਸ਼ਾ ਚੁਣਿਆ ਲਾਇਬ੍ਰੇਰੀਆਂ ਦਾ ਜਾਂ ਅਸੀਂ ਗੁਰਮਤਿ ਦੇ ਸਿਧਾਂਤ ਦੇ ਮੁਤਾਬਕ ਚੁਣਿਆ, ਇਹ ਮਾਇਆ ਤੋਂ ਬਿਨਾਂ ਤਾਂ ਕੰਮ ਕੋਈ ਨਹੀਂ ਚੱਲਦਾ। ਪਰ ਅਸੀਂ ਦਾਸ ਨੇ ਫਿਰ ਵਿਚਾਰ ਕੀਤੀ, ਭਾਈ ਬੇਨਤੀ ਕੀਤੀ ਸੰਗਤ ਦੇ ਵਿੱਚ ਗੁਰਸਿੱਖਾਂ ਦੇ, ਭਾਈ ਆਪਾਂ ਨਾਲ ਇਹਦਾ ਹੈਲਪਲਾਈਨ ਸਿਸਟਮ ਹੋਊਗਾ। ਹੈਲਪਲਾਈਨ ਦੇ ਰਾਹੀਂ ਜਿਹੜੀ ਇਹਦੀ ਸੇਵਾ ਹੈ ਕਿਉਂਕਿ ਜਿਹੜੀ ਪਬਲਿਕ ਜਨਤਾ ਹੈ ਨਾਲ ਜਿਹੜੀਆਂ ਸੇਵਾਵਾਂ ਇਹ ਕਰ ਸਕੇ। ਅਸੀਂ ਮਾਨਵਤਾ ਦੇ ਭਲੇ ਵਾਸਤੇ ਜੋ ਸਤਿਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਵਿਸ਼ਾ ਆਰੰਭ ਕੀਤਾ ਹੈ, ਇਹ ਜਿਤਨਾ ਠੱਠੀਆਂ ਖੁਰਦ ਆਪਾਂ ਹੈੱਡ ਹਾਊਸ ਦੇ ਉੱਪਰ ਕਿਉਂਕਿ ਇੱਥੇ ਹਾਜ਼ਰੀਆਂ ਭਰ ਰਹੇ ਹਾਂ। ਇੱਥੇ ਪਿਛਲੇ ਬੰਨੇ ਆਟਾ ਚੱਕੀ ਵੀ ਲੱਗੀ, ਜਿਤਨਾ ਸੰਸਥਾ ਆਟਾ ਚੱਕੀ ਦੇ ਨਾਮ ਦੇ ਉੱਪਰ ਰਜਿਸਟਰਡ ਹੋਈ ਹੈ। ਇਹ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ, ਤੁਸੀਂ ਆਟਾ ਚੱਕੀ ਦੇ ਨਾਮ ਦੇ ਨਾਲ ਤੁਹਾਡੀ ਸੰਸਥਾ ਰਜਿਸਟਰਡ ਆ, ਇਹਦਾ ਕੀ ਕਾਰਨ? ਆਟਾ ਚੱਕੀ ਦਾ ਕੀ ਸੰਬੰਧ ਹੈ ਤੁਹਾਡੀ ਸੰਸਥਾ ਦੇ ਨਾਲ? ਇਹ ਦੇਖੋ ਜੀ, ਇਹਦੇ ਨਾ ਆਟਾ ਚੱਕੀ ਲੱਗੀ ਸੀ ਜਦੋਂ ਹੈੱਡ ਹਾਊਸ ਪਹਿਲਾਂ ਇਹਦਾ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਲਾਇਬ੍ਰੇਰੀ ਖੋਲ੍ਹੀ ਗਈ, ਗੁਰਦੁਆਰਾ ਸਾਹਿਬ ਸ਼ਹੀਦਾਂ ਦਾ ਪਿਛਲੇ ਬੰਨੇ ਨਾਲ ਹੀ ਆ। ਇਹਦੇ ਵਿੱਚ ਨਾ ਕੁਝ ਜਿਸ ਤਰ੍ਹਾਂ ਸਾਡੇ ਵਿੱਚ ਅਨਪੜ੍ਹਤਾ ਹੁੰਦੀ ਆ, ਸਾਨੂੰ ਸਾਡੇ ਜਥੇਦਾਰ ਦਾਸ ਕਿਉਂਕਿ ਕਰਮਜੀਤ ਸਿੰਘ ਸਨ ਆਫ ਫਾਦਰਜ਼ ਨੇਮ ਗੁਰਦਿਆਲ ਸਿੰਘ, ਸਾਹਮਣੇ ਉਹਨਾਂ ਦੀ ਫੋਟੋ ਲੱਗੀ ਹੈ। ਕਿਉਂਕਿ ਇਹਨਾਂ ਚੀਜ਼ਾਂ ਦੇ ਉੱਪਰ ਬੜੇ ਸੁਲਝੇ ਅਤੇ ਗੁਰਮਤਿ ਨੂੰ ਸਮਝਣ ਵਾਲੇ ਸੀ। ਮੈਨੂੰ ਜਿਹੜਾ ਜੋ ਚੀਜ਼ ਇਹ ਮਿਲੀ ਆ, ਥੋੜ੍ਹਾ ਜਿਹਾ ਮੈਂ ਗੁਰਮਤਿ ਇਸ਼ਾਰਾ ਕਰ ਰਹੀ ਹੈ, ਇਹ ਮੈਨੂੰ ਬਜ਼ੁਰਗਾਂ ਤੋਂ ਸਭ ਕੁਝ ਇਹ ਚੀਜ਼ ਮਿਲੀ ਹੈ। ਬਾਕੀ ਟਕਸਾਲ ਨੇ ਜੋ ਵੀ ਝੋਲੀ ਦੇ ਵਿੱਚ ਜੋ ਕੁਛ ਪਾਉਣਾ ਕੀਤਾ ਉਹਦੇ ਮੁੜ ਕੇ ਜਦੋਂ ਕੁਝ ਇਹ ਕੰਪੀਟੀਸ਼ਨ ਦੇਖਿਆ ਗੁਰਦੁਆਰਾ ਸਾਹਿਬ ਦੇ, ਫਿਰ ਉਹ ਜਥੇਦਾਰ ਕਹਿਣ ਲੱਗੇ ਤੂੰ ਆਪਣੇ ਕੋਲ ਜਗ੍ਹਾ ਹੈਗੀ ਆ ਇੱਥੇ ਬਣਾ ਲਓ। ਇੱਥੇ ਅੱਗੇ ਚੱਕੀ ਲੱਗੀ ਸੀ,
ਇਹ ਚੱਕੀ ਜਿਹੜੀ ਆ ਦਾਸ ਦੇ ਨਾਂ ਦੇ ਉੱਪਰ ਹੀ ਬਜ਼ੁਰਗਾਂ ਨੇ ਲਵਾਈ ਸੀ, ਸਾਰਾ ਕੁਝ ਕੀਤਾ ਸੀ। ਫਿਰ ਅਸੀਂ ਇੱਥੇ ਜਿਹੜਾ ਸੀ ਇਹਦਾ ਹੈੱਡ ਆਫਿਸ ਜਿਹੜਾ ਸੀ, ਇਹ 3 ਦੁਕਾਨਾਂ ਬਣਾਈਆਂ ਸੀ। ਜੇ ਆਪਾਂ ਕੋਈ ਮਾਇਆ ਦੀ ਗੱਲ ਕਰੀਏ, ਕਿਉਂਕਿ 1200 ਰੁਪਏ ਦੀ ਦੁਕਾਨ ਜਾਂਦੀ ਆ, 3 ਦੁਕਾਨਾਂ ਹੈ 3-4 ਹਜ਼ਾਰ ਰੁਪਈਆ ਇਨਕਮ ਜਿਹੜੀ ਆ ਮਹੀਨੇ ਦੀ ਆਊਗੀ। ਹਾਂਜੀ, ਇਹ ਕਰਕੇ ਅਸੀਂ ਇਹ ਚੀਜ਼ ਨੂੰ ਫਿਰ ਇੱਥੇ ਜਿਹੜਾ ਸੀ ਇਹਦਾ ਹੈੱਡ ਆਫਿਸ ਪਿਛਲੇ ਮਹੀਨੇ ਚੱਕੀ ਲੱਗੀ। ਪਹਿਲਾਂ ਆਪਾਂ ਨੂੰ ਮਿਲੇ 5 ਜ਼ਿਲ੍ਹੇ, ਜਦੋਂ ਰਜਿਸਟਰਡ ਕਰਾਈ 5 ਜ਼ਿਲ੍ਹੇ ਮਿਲੇ। ਉਸ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਦੂਸਰੀ ਵਾਰੀ ਫਿਰ ਇਹ ਹੋਈ ਤੇ ਫਿਰ ਆਪਾਂ ਨੂੰ ਪੂਰਾ ਇਹ ਚੰਡੀਗੜ੍ਹ ਤੱਕ ਪੂਰੀ ਆਲ ਪੰਜਾਬ ਦੀ ਫਿਰ ਇਹ ਸੰਸਥਾ ਜਿਹੜੀ ਆਪਾਂ ਨੂੰ ਪ੍ਰਾਪਤ ਹੋ ਗਈ। ਹੁਣ ਵੈਲਫੇਅਰ ਦਾ ਮਹਿਕਮਾ ਜਿਹੜਾ ਆਪਾਂ ਦੇਖਦੇ ਹਾਂ, ਇਹ ਤਾਂ ਪੂਰਾ ਇੰਡੀਆ 'ਚ ਹੀ ਹੈ। ਅਸੀਂ ਪੰਜਾਬ ਤੋਂ ਲੈ ਕੇ ਮਹਿਕੀ ਤੌਰ ਦੇ ਉੱਪਰ ਜਦੋਂ ਅਸੀਂ ਜਿਹੜਾ ਬਚਨ ਕਰ ਬੈਠੇ ਸੀ, ਗੁਰੂ ਬਾਣੀ ਦਾ ਪ੍ਰਮਾਣ ਹੈ ਸੂਰਬੀਰ ਬਚਨ ਕੇ ਬਲੀ, ਕਿਉਂਕਿ ਜਿਹੜੇ ਫਿਰ ਉਹਨੂੰ ਸੂਰਮਾ ਕਹਿੰਦਾ ਜਿਹੜਾ ਉਹਦੇ ਉੱਪਰ ਬਚਨ ਦੇ ਉੱਪਰ ਪੂਰਾ ਹੋਵੇ। ਅਸੀਂ ਹੁਣ ਜਦੋਂ ਬਚਨ ਕਰਤਾ ਵੀ ਅਸੀਂ ਗਰਾਈ ਨਹੀਂ ਕਰਨੀ, ਇਹ ਜਿੰਨਾ ਸੀ ਅਸੀਂ ਕੋਈ ਮਤਲਬ ਸਮਾਗਮ ਕਰਦੇ ਹਾਂ ਜਾਂ ਅਸੀਂ ਕੋਈ ਕੈਂਪ ਲਾਉਂਦੇ ਸੀ, ਜਿਸ ਤਰ੍ਹਾਂ ਸਿਵਲ ਸਰਜਨ ਤੋਂ ਡਾਕਟਰਾਂ ਦੀਆਂ ਟੀਮਾਂ ਲੈ ਕੇ ਜ਼ਿਲ੍ਹਾ ਲੈਵਲ ਤੋਂ ਅਸੀਂ ਕੈਂਪ ਲਾਉਣਾ, ਉੱਥੇ ਮੈਡੀਸਨ ਵੀ ਚਾਹੀਦੀ ਹੈ, ਖਰਚਾ ਹਰ ਇੱਕ ਚੀਜ਼ ਦਾ ਹੋਣਾ। ਹਾਂਜੀ, ਉਸ ਤੋਂ ਬਾਅਦ ਦੇ ਵਿੱਚ ਅਸੀਂ ਫਿਰ ਨਾਲ ਜਿਸ ਤਰ੍ਹਾਂ ਰਿਆਵਲ ਦੇ ਉੱਪਰ ਅਸੀਂ, ਕਿਉਂਕਿ ਮਹਾਂਪੁਰਖ ਬਾਬਾ ਸੇਵਾ ਸਿੰਘ ਜੀ ਜੋ ਖਡੂਰ ਸਾਹਿਬ ਵਾਲੇ ਆ, ਉਹਨਾਂ ਨੇ ਜਦੋਂ ਅਸੀਂ ਦੇਖਿਆ ਨਾ ਵੀ ਇਹ ਰੁੱਖ ਨਾਲ ਬਹੁਤ ਲਵਾ ਰਹੇ ਆ, ਜਿਸ ਤਰ੍ਹਾਂ ਕਈ ਵਾਰ ਕਹਿਣਾ ਵੀ ਸਾਡੇ 'ਚ ਇਸ ਟਾਈਮ ਦੇ ਉੱਪਰ ਜਿਸ ਤਰ੍ਹਾਂ ਆਕਸੀਜਨ ਬੜੀ ਘਟ ਰਹੀ ਹੈ, ਰੁੱਖਾਂ ਦੀ ਜਿਸ ਤਰ੍ਹਾਂ ਪਿੱਪਲ ਹੋ ਗਏ, ਬੋਹੜ ਹੋ ਗਏ, ਇਹ ਸਾਨੂੰ ਨਾਲ ਨਾਲ ਲਾਉਣੇ ਚਾਹੀਦੇ ਆ। ਅਸੀਂ ਫਿਰ ਨਾਲ ਜਦੋਂ ਫਿਰ ਉਹ ਵਿਸ਼ੇ ਦੇ ਮੁਤਾਬਕ ਸੋਚਿਆ, ਉਹ ਸਾਲ 2012-13 ਦੇ ਵਿੱਚ ਅਸੀਂ ਜਦੋਂ ਇਹ ਵਿਸ਼ਾ ਆਰੰਭ ਕੀਤਾ, ਉਸ ਵਿਸ਼ੇ ਦੇ ਉੱਪਰ ਅਸੀਂ ਫਿਰ, ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਨਵੀਆਂ ਬਣੀਆਂ ਸੀ, ਅਸੀਂ ਪਿੰਡਾਂ ਦੇ ਸਰਪੰਚਾਂ ਨੂੰ ਨਾਲ ਲੈ ਕੇ, ਕਿਉਂਕਿ ਫਿਰ ਪੰਚਾਇਤਾਂ ਨੇ ਸਰਪੰਚਾਂ ਨੇ ਬੜਾ ਸਹਿਯੋਗ ਦਿੱਤਾ, ਅਸੀਂ ਫਿਰ ਇਹਦੇ ਜਿਹੜੇ ਬੂਟੇ ਸੀ ਬਹੁਤ ਫਿਰ ਨਾਲ ਕਿਉਂਕਿ ਲਾਉਣਾ ਕੀਤੇ। ਇਹ ਹੁਣ ਮਹਾਂਪੁਰਖ ਬਾਬੇ ਸੇਵਾ ਹੋਣਾ ਨਾ ਭਜਨ ਨੂੰ ਕੀਤਾ, ਇਸ ਤਰ੍ਹਾਂ ਮਿਲਦੇ ਰਹੀ ਦਾ ਬੜਾ ਪ੍ਰੇਮ ਆ ਉਸ ਟਾਈਮ ਦੇ ਉੱਪਰ। ਕਿਉਂਕਿ ਜਿੰਨੀਆਂ ਸੌਵਾਂ ਪਹਿਲੇ ਸਾਲ ਜਿਹੜੇ ਬੂਟੇ ਸੀ, ਕਿਉਂਕਿ ਕੋਈ 13,000 ਦੇ ਕਰੀਬ ਬੂਟਾ ਲੱਗਾ, 13,000 ਬੂਟਾ ਜਿਹੜਾ ਸੀ, ਕਿਉਂਕਿ ਰਿਆਵਲ ਦੇ ਉੱਪਰ ਉਹ ਜੁਲਾਈ ਦੇ ਮਹੀਨੇ ਦੇ ਵਿੱਚ 12-13 ਦੇ ਵਿੱਚ ਕਿਉਂਕਿ ਲਾਉਣਾ ਕੀਤਾ। ਇਹ ਫਿਰ ਹਰ ਸਾਲ ਜਿਹੜਾ ਸੀ ਇਸ ਵਿਸ਼ੇ ਦੇ ਉੱਪਰ ਅਸੀਂ ਨਾਲ ਬੂਟੇ ਜਿਹੜੇ ਪਬਲਿਕ ਜਨਤਾ ਵੀ ਸੰਯੋਗ ਦਿੰਦੀ ਸੀ, ਪਰ ਸਾਨੂੰ ਇੱਧਰ ਤਰਨਤਾਰਨ ਦੇ ਏਰੀਏ ਦੇ ਵਿੱਚ ਜਿਸ ਤਰ੍ਹਾਂ ਜਥੇਦਾਰ ਬਲਦੇਵ ਸਿੰਘ ਸਰਪੰਚ ਸੀ ਮੌਕੇ ਦੇ, ਸਵਿੰਦਰ ਸਿੰਘ ਸੀਗੇ, ਕਿਉਂਕਿ ਇਹਨਾਂ ਪਿੰਡਾਂ ਦੇ ਵਿੱਚੋਂ ਹੋਰ ਨਗਰਾਂ ਦੇ ਵਿੱਚੋਂ ਜਿਹੜੇ ਸਰਪੰਚ, ਕਿਉਂਕਿ ਪਿੰਡਾਂ ਦੀਆਂ ਪੰਚਾਇਤਾਂ ਨੇ ਬੜਾ ਸੰਯੋਗ ਸਾਨੂੰ ਦਿੱਤਾ, ਜਿਹਦੇ ਨਾਲ ਜਿਹੜੇ ਰੁੱਖ ਸੀ ਫਿਰ ਰੁੱਖ ਲਾਉਣੇ ਨਹੀਂ, ਰੁੱਖਾਂ ਦੀ ਉਹਨਾਂ ਪਾਲਣਾ ਵੀ ਬੜੀ ਫਿਰ ਚੜ੍ਹਦੀ ਕਲਾ ਕੀਤੀ ਉਹਨਾਂ ਪੰਚਾਇਤਾਂ ਨੇ ਨਾਲ ਜਿੱਥੇ ਵੀ ਅਸੀਂ ਰੁੱਖ ਲਾਏ। ਕਿਉਂਕਿ ਇਹ ਕਰਕੇ ਇਸ ਵਿਸ਼ੇ ਦੇ ਉੱਪਰ ਜਿੰਨਾ ਵੀ ਅਸੀਂ ਉਹਦੇ ਉੱਪਰ ਚੱਲ ਕੇ ਜਿੰਨੀਆਂ ਸੇਵਾਵਾਂ ਸੀ, ਫਿਰ ਨਾਲ ਗੁਰਮਤਿ ਦੇ ਪ੍ਰਚਾਰ ਦੇ ਇਲਾਕਿਆਂ ਦੇ ਵਿੱਚ ਅਸੀਂ ਪਹੁੰਚਣਾ। ਫਿਰ ਅਸੀਂ ਤੁਹਾਨੂੰ ਮੋਟਰਸਾਈਕਲ ਦਿਖਾਉਣੇ ਆ, ਉਹ ਵੀ ਜਥੇਦਾਰ ਗੁਰਦਿਆਲ ਸਿੰਘ ਜੀ ਉਹਨਾਂ ਦੀ ਸੋਚ ਸੀਗੀ। ਅਸੀਂ ਜਿਸ ਤਰ੍ਹਾਂ ਕੋਈ ਕਰਕੇ ਅਸੀਂ ਇੱਕ ਵੈਨ ਦਾ ਕੀਤਾ, ਉਹ ਪੁਰਾਣੀ ਵੈਨ ਕਰਕੇ ਸਾਡੀ ਸੋਚ ਸੀ ਕਿ ਪਿੰਡਾਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਬਿਰਧ ਮਹਾਰਾਜ ਦੇ ਸਰੂਪ ਆ, ਕਿਉਂਕਿ ਕਈ ਵਾਰ ਬਿਰਧ ਸਰੂਪ ਗੋਂਦਵਾਲ ਸਾਹਿਬ ਪਹੁੰਚਾਉਣੇ, ਪਿੰਡਾਂ ਦੇ ਵਿੱਚ ਅਸੀਂ ਮਹਾਰਾਜ ਦਾ ਸਰੂਪ ਜਦੋਂ ਲੈ ਕੇ ਜਾਂਦੇ, ਕਈ ਵਾਰ ਬਾਰਿਸ਼ ਆ ਜਾਂਦੀ ਆ, ਇਹਨਾਂ ਚੀਜ਼ਾਂ ਨੂੰ ਦੇਖ ਕੇ ਅਸੀਂ ਇਸ ਪਿੰਡ ਦੇ ਵਿੱਚ ਵੀ ਨਾਲ ਇੱਕ ਪਾਲਕੀ ਸਾਹਿਬ ਦਾ ਸਿਸਟਮ ਕੀਤਾ। ਉਸ ਤੋਂ ਬਾਅਦ ਦੇ ਵਿੱਚ ਉਹ ਗੱਡੀ ਪੁਰਾਣੀ ਹੋ ਕੇ ਕਰਕੇ ਬਾਕੀ ਇਹ ਕੋਈ ਪਬਲਿਕ ਜਨਤਾ ਜਿਹੜੀ ਹੁੰਦੀ ਸਾਰਾ ਸੰਯੋਗ ਦੇ ਨਾਲ ਚੱਲਦਾ ਪਿਆ। ਫਿਰ ਅਸੀਂ ਇਹ ਜਿਹੜੇ ਸੀ ਮੋਟਰਸਾਈਕਲਾਂ ਦੇ ਉੱਪਰ ਸਵੇਰੇ ਸ਼ਾਮ ਅਸੀਂ ਇਸ ਤਰ੍ਹਾਂ ਕਥਾ ਕਰਨੀ, ਸ਼ਾਮ ਨੂੰ ਸੰਗਤ ਦੇ ਵਿੱਚ ਅਸੀਂ ਬੇਨਤੀ ਕਰਨੀ, ਭਾਈ ਕੋਈ ਬਿਰਧ ਗੁਟਕੇ ਸਾਹਿਬ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਪਹੁੰਚਾਉਣਾ ਕਰੋ ਤੇ ਅਸੀਂ ਗੋਂਦਵਾਲ ਸਾਹਿਬ ਪਹੁੰਚਾਵਾਂਗੇ। ਉਹ ਫਿਰ ਇਸ ਤਰ੍ਹਾਂ ਬਿਰਧ ਜਿਹੜੇ ਗੁਟਕੇ ਸਾਹਿਬ ਆ ਗੋਂਦਵਾਲ ਸਾਹਿਬ ਪਹੁੰਚਾਉਣੇ। ਇਹ ਜਿੰਨੀਆਂ ਸੇਵਾਵਾਂ ਸੀ ਇਸ ਹਿਸਾਬ ਦੇ ਨਾਲ ਜਿਹੜੀਆਂ ਸੀ ਸਾਰੀਆਂ ਕਿਉਂਕਿ ਚੱਲ ਰਹੀਆਂ। ਉਹ ਜੋ ਕਾਲਪੁਰਖ ਪਰਮੇਸ਼ਰ ਵਾਹਿਗੁਰੂ ਹੈ, ਉਹ ਆਪਣੀਆਂ ਸੇਵਾਵਾਂ ਜਿਹੜੀਆਂ, ਕਿਉਂਕਿ ਕਿਸੇ ਜੇ ਮੈਂ ਕਹਾਂ ਕਿ ਕਿਸੇ ਚੀਜ਼ ਦੀ ਕਮੀ ਹੈ, ਕਿਉਂਕਿ ਮਾਲਕ ਬੜਾ ਬੇਅੰਤ ਥੋੜ੍ਹੀ ਜਿਹੀ ਪਰਖ ਕਰਦਾ ਹੈ। ਪਹਿਲੇ ਸਮੇਂ ਦੇ ਵਿੱਚ ਜਿਹੜਾ ਸੀ ਸਾਨੂੰ ਮੁਸ਼ਕਲ ਆਈ, ਜਿਸ ਤਰ੍ਹਾਂ ਮੰਨ ਲਓ ਕਿ ਮਾਤ ਲੋਕ ਮਾਇਆ ਤੋਂ ਬਿਨਾਂ ਚੱਲਦਾ ਨਹੀਂ, ਪਰ ਅਸੀਂ ਦਿਲ ਨਹੀਂ ਫਿਰ ਵੀ ਛੱਡਿਆ। ਸਾਨੂੰ ਜਿਹੜੇ ਵੀ ਗੁਰਸਿੱਖਾਂ ਨੇ ਮਿਲਣਾ ਕਈ ਵਾਰ ਕਹਿਣਾ, ਬਾਬਾ ਇਹ ਜਿਹੜੇ ਵਿਸ਼ੇ ਦੇ ਉੱਪਰ ਚੱਲੇ ਆ ਨਾ, ਆਪਾਂ ਪਿੱਛੇ ਨਹੀਂ ਹਟਣਾ, ਚੜ੍ਹਦੀ ਕਲਾ ਦੇ ਨਾਲ ਪੈਰਾ ਚੱਲਣਾ। ਫਿਰ ਜਿਸ ਤਰ੍ਹਾਂ ਅਸੀਂ ਪੰਜਾਬ ਤੋਂ ਬਾਹਰ ਜਾਣਾ ਆਰੰਭ ਕੀਤਾ, ਪੰਜਾਬ ਤੋਂ ਆਰੰਭ ਅਸੀਂ ਰੇਲ ਗੱਡੀ ਦੇ ਰਾਹੀਂ ਜਾਣਾ। ਅਸੀਂ ਕੋਈ 5-6 ਬੋਰੀਆਂ ਜਿਹੜੀਆਂ ਸੀ ਬੁੱਕਸਾਂ ਦੀਆਂ ਨਾਲ ਭਰ ਲੈਣੀਆਂ। ਜਿਸ ਤਰ੍ਹਾਂ ਯੂਪੀ ਦਾ ਏਰੀਆ ਹੋ ਗਿਆ, ਯੂਪੀ ਦੇ ਵਿੱਚ ਘੱਟ ਤੋਂ ਘੱਟ 18,000 ਦੇ ਕਰੀਬ ਜਿਹੜੀ ਲਾਇਬ੍ਰੇਰੀ ਹੈ ਨਾਲ ਖੋਲ੍ਹੀ ਗਈ।
ਓਕੇ ਹਾਂਜੀ ਹਾਂਜੀ ਕੱਲੀ ਯੂਪੀ ਤੁਹਾਡੇ ਵੱਲੋਂ ਯੂਪੀ ਦੇ ਵਿੱਚ ਹਾਂਜੀ ਅੱਛਾ, 18,000 ਲਾਇਬ੍ਰੇਰੀ। ਹਾਂਜੀ ਹਾਂਜੀ ਪਿੰਡਾਂ ਦੇ ਉਹਦੇ ਵਿੱਚ ਹਾਂਜੀ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਦੂਰ ਦੂਰ ਤੱਕ ਜ਼ਿਲ੍ਹਾ ਇੱਧਰ ਦੇ ਏਰੀਏ ਦੇ ਵਿੱਚ ਜਦੋਂ ਆਪਾਂ ਜਾਂਦੇ ਹਾਂ, ਬਾਜਪੁਰ ਹੋ ਗਿਆ, ਰੁਦਰਪੁਰ ਜਿਹੜਾ ਅੱਜ ਕੱਲ੍ਹ ਊਧਮ ਸਿੰਘ ਨਗਰ ਹੈ, ਇੱਧਰ ਪੀਲੀਭੀਤ ਦਾ ਏਰੀਆ ਹੋ ਗਿਆ, ਸ਼ਾਹਜਹਾਨਪੁਰ, ਇੱਧਰ ਦੇ ਏਰੀਆ ਦੇ ਵਿੱਚ ਅਸੀਂ ਫਿਰ ਨਾਲ ਨਾਲ ਕਿਉਂਕਿ ਜਿਹੜੀ ਫਿਰ ਇਹ ਜਿਹੜੀਆਂ ਫਿਰ ਲਾਇਬ੍ਰੇਰੀਆਂ ਵੀ ਨਾਲ ਨਾਲ ਸਥਾਪਿਤ ਕੀਤੀਆਂ, ਫਿਰ ਨਾਲ ਧਰਮ ਦਾ ਪ੍ਰਚਾਰ ਇਸ ਤੇ ਨਾਲ ਬੱਚਿਆਂ ਨੂੰ ਕੋਈ ਜਿਵੇਂ ਬੈਠੇ ਹੋਏ ਨੇ ਬੱਚੇ ਸੰਥਿਆ ਵੀ ਦਿੰਦੇ ਹੋ ਨਾਲ ਕੋਈ ਗੁਰਬਾਣੀ ਦੇ ਨਾਲ ਸਾਰਾ? ਹਾਂਜੀ, ਜਦੋਂ ਅਸੀਂ ਸੰਥਿਆ ਅਸੀਂ ਨਾਲ ਜਿਸ ਤਰ੍ਹਾਂ ਇਹਦੇ ਹੈੱਡ ਆਫ ਦੇ ਉੱਪਰ ਸਾਡੇ ਕੋਲ ਪਹਿਲਾਂ ਗ੍ਰੰਥੀ ਸੀ, ਕਿਉਂਕਿ ਅਸੀਂ ਉਹਨੂੰ ਬੇਨਤੀ ਕਰਨੀ ਪਾਈ ਨਾਲ ਜਦੋਂ ਅਸੀਂ ਬਾਹਰ ਚਲੇ ਜਾਂਦੇ ਹਾਂ ਧਿਆਨ ਰੱਖਣਾ ਬੱਚਿਆਂ ਦਾ। ਤੇ ਫਿਰ ਵੀ ਜਿਸ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੀ ਕਿਰਪਾ ਦੇ ਨਾਲ ਇਹ ਜਿਹੜੀ ਚੀਜ਼ ਹੁੰਦੀ ਹੈ ਨਾ, ਜਿਸ ਤਰ੍ਹਾਂ ਬੱਚਿਆਂ ਦੇ ਨਾਲ ਪ੍ਰੇਮ ਕਰਨਾ, ਕਿਉਂਕਿ ਬੱਚਿਆਂ ਦੇ ਜਿਹੜਾ ਬੱਚਾ ਇੱਕ ਹੁੰਦਾ ਪ੍ਰੇਮ ਦਾ ਹੁੰਦਾ ਸਾਰਾ, ਕਿਉਂਕਿ ਉਸ ਸਮੇਂ ਥੋੜ੍ਹਾ ਬਹੁਤ ਹੋਣਾ ਤੇ ਫਿਰ ਅਸੀਂ ਉਹਨੇ ਚਿਰ ਨੂੰ ਜਦੋਂ ਅਸੀਂ 2 ਮਹੀਨਿਆਂ ਬਾਅਦ ਵਾਪਸ ਆ ਜਾਣਾ, ਫਿਰ ਬੱਚੇ ਜਿਹੜੇ ਸੀ ਫਿਰ ਇਸ ਤਰ੍ਹਾਂ ਰੈਗੂਲਰ ਜਿਹੜੀ ਸੰਥਿਆ ਦਾ ਵੀ ਅਸੀਂ ਯੂਪੀ ਦੇ ਏਰੀਏ ਦੇ ਵਿੱਚ ਵੀ ਇੱਕ ਜਗ੍ਹਾ ਦੇ ਉੱਪਰ ਕੋਈ 2.5-3 ਸਾਲ ਸਾਨੂੰ ਸੰਗਤ ਨੇ ਉੱਥੋਂ ਨਿਕਲ ਨਹੀਂ ਦਿੱਤਾ ਤੇ ਉੱਥੇ ਵੀ ਨਾਲ ਸਿੰਘਾਂ ਨੇ ਵੀ ਆ ਜਾਣਾ, ਬੀਬੀਆਂ ਨੇ ਵੀ ਗੁਰਬਾਣੀ ਦੀ ਸੰਥਿਆ, ਕੁਝ ਗੁਰਸਿੱਖਾਂ ਨੇ ਸੰਪੂਰਨ ਸੰਥਿਆ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਉਂਕਿ ਕਰਨਾ ਕੀਤੀ। ਇਹ ਜਿੰਨੀਆਂ ਸਵਾਵਾਂ ਸੀ ਕਿਉਂਕਿ ਇਸ ਵਿਸ਼ੇ ਦੇ ਉੱਪਰ ਜਿਹੜਾ ਸੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਆਪਣੇ ਘਰ ਦੀਆਂ ਜਿਹੜੀਆਂ ਸਵਾਵਾਂ ਕਿਉਂਕਿ ਉਹ ਲੈ ਰਿਹਾ ਨਿਰੰਤਰ ਤੇ ਜਿਹੜੀਆਂ ਇਹ ਨਾਲ ਚੱਲ ਰਹੀਆਂ। ਇੱਕ ਆਟਾ ਚੱਕੀ ਯੂਨੀਅਨ ਆਲ ਪੰਜਾਬ ਦੇ ਤੁਹਾਡੇ ਪਿੱਛੇ ਲੱਗਾ ਹੋਇਆ, ਇਹਦੇ ਵਿੱਚ ਕੀ ਤੁਸੀਂ ਫੈਸਲੇ ਲਏ ਨੇ ਤੇ ਕੀ ਯੂਨੀਅਨ ਕੀ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਸੰਗਤਾਂ ਨੂੰ ਜਾਣਕਾਰੀ ਦਿਓ। ਹਾਂਜੀ, ਇਹ ਜੋ ਆਟਾ ਚੱਕੀ ਇੱਕ ਰਜਿਸਟਰਡ ਹੋਣ ਦਾ ਕਾਰਨ ਕਰਕੇ ਸਾਨੂੰ ਕੋਈ ਅੱਜ ਤੋਂ 8 ਸਾਲ ਪਹਿਲਾਂ ਜਿਹੜੇ ਗੁਰਸਿੱਖ ਕਿਉਂਕਿ ਪਿੰਡਾਂ 'ਚ ਮਾੜਾ ਮੋੜ ਜ਼ਿੰਦਗੀ ਇੱਕ ਹੈ ਹੀ ਕੰਪੀਟੀਸ਼ਨ ਹੈ, ਜਿੱਥੇ ਸਿਮਰਨ ਨਹੀਂ, ਜਿੱਥੇ ਗੁਰਬਾਣੀ ਨਹੀਂ, ਨਿਤਨੇਮ ਨਹੀਂ, ਗੁਰਮਤਿ ਨਹੀਂ, ਉੱਥੇ ਜ਼ਿੰਦਗੀ ਜ਼ਿਆਦਾ ਕੰਪੀਟੀਸ਼ਨ ਬਣ ਰਹੀ ਹੈ। ਅਸੀਂ ਇਸ ਵਿਸ਼ੇ ਨੂੰ ਦੇਖਦਿਆਂ ਹੋਇਆਂ ਬੇਨਤੀ ਕੀਤੀ, ਭਾਈ ਪਿਆਰੋ ਸਾਡੀ ਡਿਊਟੀ ਆ ਪ੍ਰਚਾਰ ਦੀ, ਗੁਰਮਤਿ ਦਾ, ਧਰਮ ਦਾ, ਸਿੱਖੀ ਦਾ ਪ੍ਰਚਾਰ ਕਰਨਾ ਪਿੰਡਾਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਆਧਾਰ ਦੇ 'ਚ ਹੁੰਦਾ ਹੈ, ਕਿਉਂਕਿ ਸਾਡੇ ਤੋਂ ਜਿਹੜਾ ਪੈਰਾ ਕਿਉਂਕਿ ਕਰਨਾ ਕਿਉਂਕਿ ਉਹ ਫਿਰ ਗੁਰਸਿੱਖ ਜਿਹੜੇ ਹੁੰਦੇ ਕਹਿੰਦੇ ਜਿਹੜਾ ਗੁਰੂ ਦਾ ਸਿੱਖ ਹੁੰਦਾ ਕਿਸੇ ਵੀ ਵਿਸ਼ੇ ਦੇ ਉੱਪਰ ਪਛਾਣ ਨਹੀਂ ਹਟਦਾ। ਪਰ ਅਸੀਂ ਫਿਰ ਬੇਨਤੀ ਕਰਨੀ ਪਈ ਸੀ ਤੇ ਗੁਰਮਤਿ ਨੂੰ ਸਮਝਣ ਵਾਲੇ ਉਹਦੇ ਮੁਤਾਬਕ ਚੱਲਣਾ। ਪਿੰਡਾਂ ਦੇ ਵਿੱਚ ਵੇਖੋ ਹੁਣ ਕਿਸੇ ਨੇ ਆਪਣਾ ਕੋਈ ਕਾਰਖਾਨਾ ਲਾਇਆ, ਆਪਣੇ ਮੁਤਾਬਕ ਉਹ ਕਰਦਾ ਚਲਾਉਂਦਾ ਚਲਾਈ ਜਾਵੇ, ਪਰ ਇਹਦੇ ਵਿੱਚ ਅਸੀਂ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਸਕਰੀਨਿੰਗ ਕੀਤੀ, ਜਦੋਂ ਦੇਖਿਆ ਜ਼ਿਆਦਾ ਮਤਲਬ ਕੰਪੀਟੀਸ਼ਨ ਦੇ ਆਧਾਰ ਦੇ ਵਿੱਚ ਅਸੀਂ ਨਿਗਾਹ ਦੇ ਵਿੱਚ ਦੇਖਿਆ ਕਿ 800-900 ਚੱਕੀ ਜਿਹੜੀ ਸੀ ਇਸੇ ਚੱਕਰ ਦੇ ਵਿੱਚ ਫੇਲ ਹੋ ਰਹੀ ਹੈ। ਓਕੇ, ਹਾਂਜੀ, ਚੱਕੀ ਜਿਹੜੀ ਆ ਫੇਲ ਹੋ ਰਹੀ ਹੈ। ਉਹਦੇ ਮੁਤਾਬਕ ਫਿਰ ਅਸੀਂ ਵਿਚਾਰ ਹੋਰ ਵੀ ਦੂਰ ਤੱਕ ਗੁਰਸਿੱਖਾਂ ਦੇ ਨਾਲ ਕਰਕੇ ਮੈਨੇਜਮੈਂਟ ਦੇ ਵਿੱਚ ਫਿਰ ਜਿਹੜੀ ਇਹਦੀ ਪਹਿਲੀ ਮੀਟਿੰਗ ਸੀ ਚੰਡੀਗੜ੍ਹ ਦੇ ਵਿੱਚ ਰੱਖੀ ਗਈ ਇਸ ਵਿਸ਼ੇ ਦੇ ਉੱਪਰ, ਕਿਉਂਕਿ ਜ਼ਿੰਦਗੀ ਵੇਖੋ ਅਸੀਂ ਇੱਕ ਖਾਲਸਾ ਪੰਥ ਦੀ ਪ੍ਰਚਾਰ ਕਰਦੇ ਹਾਂ। ਸਾਡਾ ਜਿਹੜਾ ਇਹ ਵਿਸ਼ਾ ਵਾ ਕਿਉਂਕਿ ਪਬਲਿਕ ਜਨਤਾ ਨੂੰ ਇੱਕ ਥਾਂ ਦੇ ਉੱਪਰ ਕਰਨਾ, ਸੰਗਤ ਦਾ ਸਿਧਾਂਤ ਬਖਸ਼ਿਸ਼ ਕਰਨਾ, ਕਿਉਂਕਿ ਸਾਡਾ ਵਿਸ਼ਾ ਤਾਂ ਇਹ ਆ ਗੁਰਮਤਿ ਦੇ ਮੁਤਾਬਕ। ਹੁਣ ਸਾਡੇ ਆਮ ਦੇਖੀਏ ਸਾਡੇ ਪਿੰਡਾਂ ਦੇ ਵਿੱਚ ਖਡੂਰ ਸਾਹਿਬ ਨਗਰੀ ਦੇ ਵਿੱਚ 8 ਪਾਤਸ਼ਾਹੀਆਂ ਦੀ ਚਰਨ ਛੂਹ ਪ੍ਰਾਪਤ ਹੋਈ ਹੈ, ਉੱਥੇ 8 ਗੁਰਦੁਆਰਾ ਸਾਹਿਬ ਬਣ ਜਾਣੇ ਠੀਕ ਹੈ, ਪਰ ਜਿੱਥੇ ਅਸੀਂ ਆਪਣੀ ਮਨਮੱਤ ਦੇ ਮੁਤਾਬਕ ਵੇਖੋ ਮਾੜਾ ਜਿਹਾ ਕੰਪੀਟੀਸ਼ਨ ਝਗੜਾ ਹੋ ਗਿਆ, ਮਹਾਰਾਜ ਦਾ ਸਰੂਪ ਦੇਖਿਆ ਨਹੀਂ, ਕਿਉਂਕਿ ਉੱਥੇ ਸ਼੍ਰੋਮਣੀ ਸਾਡੀ 1920 ਦੇ ਵਿੱਚ ਸਤਿਕਾਰਯੋਗ ਸ਼੍ਰੋਮਣੀ ਪ੍ਰਬੰਧਕ ਕਮੇਟੀ ਕਿਉਂਕਿ ਦੇਖਿਆ ਨਹੀਂ, ਉੱਥੇ ਮਹਾਰਾਜ ਦਾ ਸਰੂਪ ਲੈਣ ਦਾ ਸੀ। ਵੇਖੋ ਮਹਾਰਾਜ ਦਾ ਸਰੂਪ ਲੈਣ ਦਾ, ਪਰ ਉਹਦੇ ਬੈਕਗਰਾਊਂਡ ਸਾਨੂੰ 1 ਕਰੋੜ ਰੁਪਈਆ ਚਾਹੀਦਾ ਬਿਲਡਿੰਗ ਨੂੰ ਤਿਆਰ ਕਰਨ ਵਾਸਤੇ। ਬਿਲਡਿੰਗ ਨੂੰ ਤਿਆਰ ਕਰਨ ਵਾਸਤੇ 1 ਕਰੋੜ ਚਾਹੀਦਾ। ਉਸ ਤੋਂ ਅੱਗੇ ਫਿਰ ਸਾਨੂੰ ਗ੍ਰੰਥੀ ਸਿੰਘ ਚਾਹੀਦਾ, ਅਤੇ ਗ੍ਰੰਥੀ ਸਿੰਘ ਸਾਡੇ ਪਿੰਡਾਂ 'ਚ ਅਨਪੜ੍ਹਤਾ ਹੈ। ਗ੍ਰੰਥੀ ਸਿੰਘ ਕਹਿੰਦੇ ਸਾਨੂੰ ਉਸ ਤਰ੍ਹਾਂ ਦਾ ਹੀ ਮਿਲ ਜਾਵੇ। ਹੁਣ ਜੇ ਟੈਕਸ ਹੁਣ ਵੇਖੋ ਉਹ ਅਸੀਂ ਸੋਚ ਰਹੇ ਨੇ ਗ੍ਰੰਥੀ ਨੇ ਪ੍ਰਸ਼ਾਦਾ ਹੀ ਗਰਾ ਕੇ ਲਿਆਉਣਾ, ਉਹ ਗੱਫੇ ਦੀ ਆਪਣੀ ਸੇਵਾ ਚੱਲਦੀ ਆ, ਕਿਉਂਕਿ ਗ੍ਰੰਥੀ ਸਿੰਘ ਨੇ ਚਲੋ ਬੂਹਾ ਖੋਲ੍ਹ ਦਿੱਤਾ, ਗੁਰਦੁਆਰੇ ਸਾਹਿਬ ਦਾ ਬੂਹਾ ਖੁੱਲ੍ਹਾ, ਜ਼ਿਆਦਾ ਅਸੀਂ ਸੋਚਦੇ ਹਾਂ, ਪਰ ਇਹ ਸਾਇੰਸ ਦਾ ਯੁੱਗ ਹੈ, ਵਿਗਿਆਨਕ ਦਾ ਯੁੱਗ ਹੈ, ਅਸੀਂ ਬਹੁਤ ਅੱਗੇ ਪਹੁੰਚ ਗਏ ਹਾਂ। ਪਰ ਇਹਦੇ ਵਿੱਚ ਵਿਸ਼ਾ ਜਿਹੜਾ ਸੀ ਅਸੀਂ 1920 ਦੇ ਵਿੱਚ ਜਿਹੜੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਹੈ ਇਹਦੇ 'ਚ ਵਿਚਾਰਾਂ ਰੱਖਣੀਆਂ, ਸਾਨੂੰ 2006-07 ਤੋਂ ਲੈ ਕੇ ਫਿਰ ਇਸ ਚੀਜ਼ ਦਾ ਪਤਾ ਲੱਗਾ। ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦਾਸ ਨੇ ਪੰਜਾਬ ਤੋਂ ਲੈ ਕੇ ਕੋਈ ਹੋ ਸਕਦਾ ਪਿੰਡ ਜਿਹੜਾ ਕੋਈ ਰਹਿ ਗਿਆ ਹੋਵੇ, ਦਾਸ ਦੀ ਜਿਹੜੀ ਸੇਵਾ ਸੀ ਇਹ ਮਹਾਂਪੁਰਖਾਂ ਨੂੰ ਟਕਸਾਲੀ ਨਿਯਮਾਂ ਦੇ ਮੁਤਾਬਕ ਲੱਗੀ ਹੁੰਦੀ ਸੀ ਸੇਵਾ ਦੀ, ਕਿਉਂਕਿ ਅਸੀਂ ਪਹੁੰਚਣਾ, ਕਿਉਂਕਿ 22 ਗੁਰਦੁਆਰਾ ਸਾਹਿਬ ਅਸੀਂ ਗਿਣਤੀ ਕੀਤੀ ਆਮ ਪਿੰਡਾਂ ਦੇ ਵਿੱਚ, ਕਈਆਂ ਪਿੰਡਾਂ ਦੇ 22 ਗੁਰਦੁਆਰਾ ਸਾਹਿਬ ਬਣ ਗਏ। ਵੇਖੋ ਆਵਾਜ਼ ਤਾਂ ਸਾਡੀ ਜਿਹੜੀ ਸਾਊਂਡੇਜ ਆ
5-4 ਕਿਲੋਮੀਟਰ ਤੱਕ ਉਹੀ ਪਹੁੰਚ ਜਾਂਦੀ ਆ। ਬਿਲਕੁਲ ਅਸੀਂ ਦੇਖਿਆ ਵੀ ਸਾਡਾ ਤਾਂ ਜ਼ਿੰਦਗੀ ਇਹ ਕੰਪੀਟੀਸ਼ਨ ਬਣ ਗਈ ਹੈ। ਗੁਰਦੁਆਰੇ ਸਾਹਿਬ ਦੇ ਵਿੱਚ ਜਿਹੜੇ ਹੁਣ ਖਡੂਰ ਸਾਹਿਬ ਦੇ ਵਿੱਚ ਮਹਾਰਾਜ 8 ਪਾਤਸ਼ਾਹਾਂ ਦੀ ਚਰਨ ਛੂਹ ਪ੍ਰਾਪਤ ਹੋਈ ਹੈ, ਇਤਿਹਾਸਕ ਗੁਰਦੁਆਰਾ ਠੀਕ ਹੈ, ਪਰ ਜਿਹੜੇ ਅਸੀਂ ਆਪਣੀ ਮਨਮੱਤ ਦੇ ਮੁਤਾਬਕ ਗੁਰਦੁਆਰਾ ਸਾਹਿਬ ਤਿਆਰ ਕਰਕੇ, ਕਿਉਂਕਿ ਉਹਦੇ ਵਿੱਚ ਅਸੀਂ ਹੁਣ ਇੱਕ ਸਾਡੀ ਸੋਚ ਆ ਪਬਲਿਕ ਜਨਤਾ ਦੇ ਵਿੱਚ, ਬਾਬਾ ਜੀ ਗਰਾਈਆਂ ਬੜੀਆਂ ਹੋ ਗਈਆਂ, ਬਾਬਿਆਂ ਨੂੰ ਏਰੀਏ ਵੰਡ ਲੈਣੇ ਚਾਹੀਦੇ ਆ। ਉਸ ਵਿਸ਼ੇ ਦੇ ਮੁਤਾਬਕ ਅਸੀਂ ਦੇਖਦਿਆਂ ਹੋਇਆਂ ਫਿਰ, ਕਿਉਂਕਿ ਇਹ ਵੀ ਫਿਰ ਜਿਹੜੀ ਆਵਾਜ਼ ਸੀ ਬੁਲੰਦ ਕੀਤੀ, ਜਿਹਦੇ 'ਚ ਹੁਣ ਆ ਕੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਵਿੱਚ ਚੈੱਕ ਕਰਨ ਲੱਗੇ, ਉਹਦੀ ਜਿਹੜੀ ਇੱਕ ਮੈਨੇਜਮੈਂਟ ਬਣਾਈ ਗਈ ਆ। ਜਿੱਥੇ ਵੀ ਗੁਰਦੁਆਰੇ ਸਾਹਿਬ ਦੇ ਅਸੀਂ ਮਹਾਰਾਜ ਦੇ ਸਰੂਪ ਦੀ ਮੰਗ ਕਰਦੇ ਹਾਂ ਜਾਂ ਅਸੀਂ ਗੁਰਦੁਆਰਾ ਸਾਹਿਬ ਬਣਾਉਣ ਵਾਸਤੇ ਕਹਿੰਦੇ ਹਾਂ, ਉੱਥੇ ਉਹ ਪਿੰਡ ਦੀ ਪੰਚਾਇਤ ਤੋਂ ਲਿਖਿਆ ਲੈਣਗੇ, ਸਭ ਕੁਝ ਵੇਖਣਗੇ ਹੁਣ ਹੋਇਆ ਕੰਟਰੋਲ। ਕਿਉਂਕਿ ਇਹ ਵਿਸ਼ੇ ਦੇ ਉੱਪਰ ਅਸੀਂ ਦੇਖਣਾ ਵੀ ਕੌਮ ਵਾਸਤੇ, ਪੰਥ ਵਾਸਤੇ ਅਸੀਂ ਇਹ ਕਿਹੜੇ ਵਿਸ਼ੇ ਦੇ ਉੱਪਰ ਅਸੀਂ ਚੱਲ ਰਹੇ ਹਾਂ। ਉਸ ਵਿਸ਼ੇ ਦੇ ਉੱਪਰ ਜਦੋਂ ਦੇਖਿਆ, ਤੁਸੀਂ ਵਚਨ ਕੀਤਾ ਚੱਕੀਆਂ ਦਾ, ਕਿਉਂਕਿ ਇਹਨਾਂ ਚੱਕੀਆਂ ਦੇ ਵਿੱਚ ਜ਼ਿਆਦਾ ਫਿਰ ਕੰਪੀਟੀਸ਼ਨ ਹੋਣ ਦਾ ਕਾਰਨ ਕਰਕੇ, ਕਿਉਂਕਿ ਜ਼ਿੰਦਗੀ ਜਿਹੜੀ ਆਪਣੀ ਪਿੱਛੇ ਚੱਕੀ ਲੱਗੀ ਆ, ਇਹ ਚੀਜ਼ ਨਹੀਂ ਸਮਝ ਰੱਖਣੀ ਬਾਬੇ ਦੀ ਚੱਕੀ ਲੱਗੀ ਆ ਤੇ ਤਾਂ ਇਹ ਸਮਾਂ। ਅਸੀਂ ਸਿਰਫ ਪਬਲਿਕ ਜਨਤਾ ਦੇ ਭਲੇ ਵਾਸਤੇ ਇਹ ਸਭ ਕੁਝ ਜਿੰਨਾ ਸੀ ਉੱਪਰ ਲੈਵਲ ਲਿਸਟ ਲੱਗੀ ਆ, ਇਹਦੇ ਜਿਹੜੇ ਰੇਟ ਸਾਰੇ ਜਿਹੜੇ ਸੀ, ਫਿਰ ਇਹ ਕਿਉਂਕਿ ਜਿਹੜੀ ਇਹ ਮੀਟਿੰਗ ਆ, ਤੀਸਰੀ ਮੀਟਿੰਗ ਜਿਹੜੀ ਸੀ ਇਹਦੇ ਹੈੱਡ ਹਾਊਸ ਦੇ ਉੱਪਰ ਬੁਲਾ ਕੇ 24/6 ਨੂੰ, ਪਰ ਇਹਦੇ ਵਿੱਚ ਗੁਰਸਿੱਖ ਪਹੁੰਚੇ, ਫਿਰ ਸਾਰੇ ਜਿਹੜੇ ਸੀ ਰੇਟ ਅਸੀਂ ਫਿਕਸ ਕਰ ਦਿੱਤੇ। ਕੋਈ 40 ਵੀ ਲੈਂਦਾ ਸੀ, ਕੋਈ 50, ਅਤੇ ਫਿਰ ਸੋਚਿਆ ਵੀ ਸਾਲ 6 ਮਹੀਨਿਆਂ ਫਿਰ ਕਹਿਣਗੇ, ਇਹਦੇ 60 ਰੁਪਏ ਰੇਟ ਬਣ ਦਿੱਤਾ। ਬਾਕੀ ਕੁਝ ਜਿਹੜੇ ਚੱਕੀਆਂ ਅਸੀਂ ਦੇਖ ਰਹੇ ਹਾਂ 80 ਰੁਪਏ ਵੀ ਲਈ ਜਾਂਦੇ ਆ, 2.5 ਰੁਪਏ ਵੀ ਲਈ ਜਾਂਦੇ ਆ, ਪਰ ਉਹਦੇ ਉੱਪਰ ਵੇਖੋ ਅਸੀਂ ਪਬਲਿਕ ਜਨਤਾ ਨੂੰ ਹੀ ਨਾਲ ਦੇਖਣਾ ਹੈ। ਅਸੀਂ ਇਹ ਬਕਾਇਦਾ ਤੁਹਾਨੂੰ ਅਸੀਂ ਰਜਿਸਟਰ ਦਿਖਾਉਣੇ ਆ। ਅਸੀਂ ਪਿੰਡਾਂ ਦੇ ਵਿੱਚੋਂ ਜਿਹੜੇ ਸਰਪੰਚ ਆ ਸਾਡੇ ਮੌਜੂਦਾ, ਅਸੀਂ ਪਿੰਡਾਂ ਦੇ ਸਰਪੰਚਾਂ ਤੋਂ ਆ ਦੇਖੋ ਨਾਲ ਅਸੀਂ ਆ ਮੋਹਰਾਂ ਲਵਾ ਰਹੇ ਹਾਂ। ਜੋ ਵੀ ਇਹਦੇ ਉੱਪਰ ਵਿਸ਼ਾ ਚੱਲਦਾ ਨਾ, ਸਾਡਾ ਬਕਾਇਦਾ ਜਿਹੜਾ ਇਹਦੇ ਉੱਪਰ ਮਤਾ ਪਾਇਆ ਗਿਆ, ਉਹਦੇ ਮਤੇ ਦੇ ਮੁਤਾਬਕ ਅਸੀਂ ਸਭ ਕੁਝ ਜਿਹੜੇ ਪਿੰਡਾਂ ਦੇ ਮੌਜੂਦਾ ਸਰਪੰਚ ਆ, ਪੰਚਾਇਤਾਂ, ਅਸੀਂ ਉਹਨਾਂ ਦੇ ਉੱਪਰ ਸਾਰੀਆਂ ਜਿਹੜੀਆਂ ਨਾਲ ਅਸੀਂ ਮੋਹਰਾਂ ਲਵਾ ਰਹੇ ਹਾਂ। ਕਿਉਂਕਿ ਜਿੰਨਾ ਵੀ ਵਿਸ਼ਾ ਹੈ ਅਸੀਂ ਹੋ ਸਕਦਾ ਹੈ, ਕਿਉਂਕਿ ਜਿਸ ਤਰ੍ਹਾਂ ਕੰਪੀਟੀਸ਼ਨ ਨੂੰ ਦੇਖਦਿਆਂ ਹੋਇਆਂ, ਕਿਉਂਕਿ ਡਿਸਟ੍ਰਿਕਟ ਲੈਵਲ ਦਾ ਜਿਸ ਤਰ੍ਹਾਂ DC ਸਾਹਿਬ ਹੈ, ਕਮਿਸ਼ਨਰ ਸਾਹਿਬ ਹੈ, ਅਸੀਂ ਲੈਟਰ ਪੈਡ ਦੇ ਉੱਪਰ ਉਹਨਾਂ ਤੋਂ ਵੀ ਨਾਲ ਜੈਸ ਜਿਹੜੀ ਹੈ, ਕਿਉਂਕਿ ਕਿਉਂ ਕਰਾ ਰਹੇ ਹਾਂ। ਸਾਡਾ 1-2 ਦਿਨਾਂ ਸੰਪਰਕ ਹੋ ਚੁੱਕਾ ਹੈ, ਕਿਉਂਕਿ ਅਸੀਂ ਨਾਲ ਸਾਰਾ ਜਿਹੜਾ ਵੀ ਹੈ, ਕਿਉਂਕਿ ਸਮਾਜ ਭਲਾਈ ਦੀਆਂ ਸੇਵਾਵਾਂ, ਕਿਉਂਕਿ ਸਮਾਜ ਭਲਾਈ ਦੀਆਂ ਸੇਵਾਵਾਂ ਦੇ ਵਿੱਚ ਹਰ ਇੱਕ ਇਨਸਾਨ ਨਾਲ ਹੁੰਦਾ ਹੈ। ਸੇਵਾ ਜਿਹੜੀ ਹੈ, ਜਿੱਥੇ ਗੁਰੂ ਬਾਣੀ ਦਾ ਪ੍ਰਮਾਣ ਹੈ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿਤ ਲਾਏ, ਮਨ ਚਿੰਧਿਆ ਫਲ ਪਾਵਣਾ, ਹਉਮੈ ਵਿੱਚੋਂ ਜਾਏ। ਇਸ ਵਿਸ਼ੇ ਦੇ ਉੱਪਰ ਅਸੀਂ ਜਿਹੜਾ ਸੀ, ਇਸ ਵਿਸ਼ੇ ਨੂੰ ਜਿਹੜਾ ਸੀ ਨਾਲ ਅਸੀਂ ਚੁਣਨਾ ਕੀਤਾ। ਅਖੀਰ ਦੇ ਉੱਤੇ ਕੀ ਬੇਨਤੀ ਕਰਦੇ ਹੋ ਪੰਜਾਬ ਦੇ ਤੇ ਹੋਰ ਸਾਰੇ ਜਿਹੜੇ ਚੱਕੀਆਂ ਵਾਲੇ ਵੀਰ ਨੇ ਜਾਂ ਹੋਰ ਸੰਗਤਾਂ ਨੇ, ਕੀ ਬੇਨਤੀ ਕਰਦੇ ਹੋ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਮੀਡੀਆ ਦੇ ਰਾਹੀਂ? ਹਾਂਜੀ, ਅਸੀਂ ਤਾਂ ਇਹੋ ਬੇਨਤੀ ਕਰਦੇ ਹਾਂ ਭਾਈ, ਸਾਨੂੰ ਇੱਕ ਧਾਰਮਿਕ ਆਧਾਰ ਦੇ ਵਿੱਚ, ਚਲੋ ਇਹਨਾਂ ਵੀਰਾਂ ਨੇ ਇੱਥੇ ਪਹੁੰਚ ਕੇ, ਚੱਕੀਆਂ ਵਾਲੇ ਵੀਰ ਹੀ ਪਹੁੰਚੇ ਸੀ, ਪਬਲਿਕ ਜਨਤਾ ਦੇ ਵਿੱਚ ਜਿਸ ਤਰ੍ਹਾਂ ਅਸੀਂ ਨਗਰਾਂ ਦੀਆਂ ਪੰਚਾਇਤਾਂ ਦੇ ਨਾਲ ਸਾਰਾ ਸੰਪਰਕ ਕਰਕੇ ਚੱਲ ਰਹੇ ਹਾਂ। ਅਸੀਂ ਦੇਖਦੇ ਹਾਂ ਸਾਡੇ ਵਿੱਚ ਏਕਤਾ ਇਤਫਾਕ, ਸਾਡਾ ਕੰਪੀਟੀਸ਼ਨ ਦਾ ਚੱਕਰ ਨਹੀਂ ਹੋਣਾ ਚਾਹੀਦਾ। ਵੇਖੋ ਜਿਸ ਤਰ੍ਹਾਂ ਕੋਈ ਚੱਕੀ ਲੱਗੀ ਆ, ਇਸ ਪਿੰਡ ਦੇ ਉਹ ਦੂਸਰੇ ਪਿੰਡ, ਤੀਸਰੇ ਪਿੰਡ ਤੁਰੇ ਫਿਰਨ। ਵੇਖੋ ਸਾਡੇ ਜੇ ਮੰਨ ਲਓ ਕਿ ਮੋਟਰਸਾਈਕਲ 'ਤੇ ਅਸੀਂ ਦੇਖਦੇ ਹਾਂ, ਕਿਉਂਕਿ ਪੈਸੇ ਦੀ ਹਰ ਇੱਕ ਨੂੰ ਲੋੜ ਆ। ਜੇ ਮੰਨ ਲਓ ਕਿ ਮਾਇਆ ਤੋਂ ਬਿਨਾਂ ਸੰਸਾਰ ਚੱਲਦਾ ਨਹੀਂ, ਮਾਤ ਲੋਕ ਇਹਨੂੰ ਕਿਹਾ ਗਿਆ ਗੁਰਮਤਿ ਦੇ ਮੁਤਾਬਕ। ਪਰ ਉਹ ਚੀਜ਼ ਵੇਖੋ, ਜੇ ਅਸੀਂ ਇੱਕ ਨਾ ਗੰਢ ਚੁੱਕਣ ਵਾਸਤੇ ਗਏ, ਬੱਤੀ ਨਹੀਂ ਆਈ, ਗੇੜਾ ਵੱਜ ਗਿਆ, ਸਾਨੂੰ 2 ਗੇੜੇ ਵੱਜ ਗਏ, ਚੱਕਰ ਤਾਂ ਉੱਥੇ ਆ ਗਿਆ। ਅਸੀਂ ਦੇਖ ਰਹੇ ਸਾਡਾ ਜਿਹੜਾ ਕੰਪੀਟੀਸ਼ਨ ਜਿਹਾ ਬਣ ਰਿਹਾ ਪਿੰਡਾਂ ਦੇ ਵਿੱਚ, ਕਿਉਂਕਿ ਅਸੀਂ ਖਾਲਸਾ ਪੰਥ ਦੀ ਗੱਲ ਜਿਹੜੀ ਹੈ ਨਾ, ਏਕਤਾ ਦੇ ਮੁਤਾਬਕ ਕਰ ਸਕਦੇ ਹਾਂ। ਜਿਹੜੇ ਸਾਡੇ ਚੱਕੀਆਂ ਵਾਲੇ ਵੀਰ ਆ, ਜਾਂ ਕਿਉਂਕਿ ਸਾਡੇ 'ਚ ਇਨਸਾਫ ਜਿਹੜਾ ਹੈ, ਆ ਰੇਟ ਜਿਹੜਾ ਇਸੇ ਵਾਸਤੇ ਇਹਦੇ ਮੁਤਾਬਕ ਇਹ ਲਾਇਆ ਗਿਆ। ਇਹਦੇ ਵਿੱਚ ਕਿਉਂਕਿ ਚੱਕੀਆਂ ਵਾਲੇ ਵੀਰਾਂ ਦਾ ਬਿੱਲ ਜਿਹੜਾ ਉਹ ਤਰੂਗਾ, ਸਭ ਕੁਝ ਠੀਕ ਹੋਊਗਾ। ਜਿਹੜੇ ਵਿਸ਼ੇ ਦੇ ਉੱਪਰ ਚੱਲੇ ਆ, ਅਸੀਂ ਤੁਹਾਨੂੰ ਬੇਨਤੀ ਕੀਤੀ ਵੀ ਹੁਣ ਜ਼ਿਲ੍ਹੇ ਤਰਨਤਾਰਨ ਦੇ ਵਿੱਚ, ਕਿਉਂਕਿ 800-900 ਚੱਕੀ ਜਿਹੜੀ ਆ ਅਸੀਂ ਦੇਖਿਆ ਫੇਲ ਹੋ ਚੁੱਕੀ ਆ, ਬਿੱਲ ਨਹੀਂ ਤਰਦਾ। ਇਹ ਹੁਣ ਪਬਲਿਕ ਜਨਤਾ ਦਾ ਵੀ ਦੇਖ ਕੇ ਨਾਲ ਅਸੀਂ, ਕਿਉਂਕਿ ਇਸ ਵਾਸਤੇ ਆ ਪੰਚਾਇਤ ਦੀਆਂ ਅਸੀਂ ਤਾਂ ਮੋਹਰਾਂ ਲਵਾ ਰਹੇ ਹਾਂ, ਜਾਂ ਕਿਸ ਤਰ੍ਹਾਂ ਬਈ ਇਹ ਪਿੰਡ ਦੇ ਵਿੱਚ ਜਦੋਂ ਕੋਈ ਕਿਸੇ ਚੱਕਰ ਤੋਂ ਵੀ ਗੱਲਬਾਤ ਹੁੰਦੀ ਆ, ਪਿੰਡ 'ਚ ਪਬਲਿਕ ਜਨਤਾ ਦੇ ਰੌਲਾ ਪੈਂਦਾ, ਗੱਲ ਐਂਡ 'ਤੇ ਫਿਰ ਪੰਚਾਇਤ ਦੇ ਉੱਪਰ ਹੁੰਦੀ ਆ। ਅਸੀਂ ਉਸ ਵਿਸ਼ੇ ਨੂੰ ਦੇਖਦਿਆਂ ਹੋਇਆਂ ਇਹ ਸਾਰਾ ਜਿੰਨਾ ਸੀ ਨਾਲ ਸਿਸਟਮ ਜਿਹੜਾ ਸੀ, ਇਹ ਜਿੰਨੀਆਂ ਸੇਵਾਵਾਂ ਸੀ ਇਹਦੇ ਵਿੱਚ ਸਾਰੀਆਂ ਪ੍ਰਾਰੰਭ ਕਰ ਦਿੱਤੀਆਂ। ਬਾਕੀ ਤੁਸੀਂ ਆ ਬੋਰਡ ਦੇਖ ਰਹੇ ਹੋ, ਇਹ ਬੋਰਡ ਦੇ ਉੱਪਰ ਉਹਨਾਂ ਹਰ ਇੱਕ ਚੀਜ਼ ਜਿਹੜੀ ਆ ਇਹਦੇ ਵਿੱਚ ਹੀ ਫਿਕਸ ਕਰ ਦਿੱਤੀ ਆ। ਹੁਣ ਸਾਡੇ ਸਿੰਘ ਜਾਂਦੇ ਆ, ਦਾਸ ਵੀ ਜਾਂਦਾ ਹੈ। ਅਸੀਂ ਸਿਰਫ ਇੰਨੀ ਬੇਨਤੀ ਕਰਨੀ ਪਈ ਆ, ਤੁਹਾਡੀ ਜਿਹੜੀ ਆਲ ਪੰਜਾਬ ਦੀ ਜਿਹੜੀ ਯੂਨੀਅਨ ਬਣ ਗਈ ਤੁਹਾਡੀ, ਵੀਰ ਇਹਦੇ ਹਿਸਾਬ ਦੇ ਨਾਲ ਚੱਲਣਾ। ਅਤੇ ਚੱਕੀਆਂ ਵਾਲੇ ਵੀਰ ਸੰਯੋਗ ਵੀ ਬੜਾ ਦੇ ਰਿਹਾ,
ਇਹ ਜਿਹੜੇ ਆ ਜਿੰਨਾ ਵਾ ਨਾ ਚੱਕੀਆਂ ਵਾਲੇ ਵੀਰਾਂ ਨੇ ਆ ਬੋਰਡ ਲਾਉਣੇ ਜਿਹੜੇ ਸੀ, ਇੱਧਰ ਦਾ ਏਰੀਆ ਪੂਰਾ ਤਰਨਤਾਰਨ ਦਾ ਹੋ ਗਿਆ ਜਾਂ ਅੰਮ੍ਰਿਤਸਰ ਸਾਹਿਬ ਦਾ ਹੋ ਗਿਆ, ਇੱਧਰ ਆ ਮੋਗੇ ਦਾ ਏਰੀਆ ਹੋ ਗਿਆ, ਫਿਰੋਜ਼ਪੁਰ ਦਾ ਹੋ ਗਿਆ। ਇਹ ਜਿਸ ਤਰ੍ਹਾਂ ਇਹ ਬਹੁਤ ਇੱਧਰ ਮੋਗੇ ਦੇ ਨਾਲ ਨਾਲ ਕਪੂਰਥਲਾ ਹੋ ਗਿਆ, ਇਹ ਜਿੰਨਾ ਵੀ ਕੁਝ ਏਰੀਆ ਗੁਰਦਾਸਪੁਰ ਦਾ ਹੋ ਗਿਆ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੜਾ ਜਲੰਧਰ ਦਾ ਏਰੀਆ ਹੋ ਗਿਆ, ਇਹਦੇ 'ਚ ਬੜਾ ਨਾਲ ਸੰਯੋਗ ਜਿਹੜਾ ਹੈ ਚੱਕੀਆਂ ਵਾਲੇ ਵੀਰ ਵੀ ਨਾਲ ਦੇ ਰਿਹਾ। ਅਤੇ ਪਬਲਿਕ ਜਨਤਾ ਵੀ ਜਿਹੜੇ ਸੁਲਝੇ ਸਾਰੇ ਸਰਪੰਚਾਂ ਦੇ ਕੋਲੇ ਬੈਠਦੇ ਜਿੱਥੇ ਵਿਚਾਰ ਕਰਦੇ ਆ, ਕਹਿੰਦੇ ਬਾਬਾ ਜੀ ਬੜਾ ਵਧੀਆ ਕੀਤਾ। ਇਹ ਜ਼ਿਆਦਾ ਮੈਂ ਕੰਪੀਟੀਸ਼ਨ ਜਿਹਾ ਬਣਿਆ ਇੱਧਰ ਉੱਧਰ ਕਿਉਂਕਿ ਤੁਰੇ ਫਿਰਦੇ ਆ, ਬਾਕੀ ਇਹਦੇ ਵਿੱਚ ਤੁਸੀਂ ਬੜਾ ਵਧੀਆ ਕੀਤਾ। ਅਖੀਰ ਦੇ ਉੱਤੇ ਆਪਣਾ ਨੰਬਰ ਜ਼ਰੂਰ ਦੇ ਦਿਓ, ਕਿਉਂਕਿ ਜਿਹੜੇ ਵੀ ਤੁਹਾਡੇ ਨਾਲ ਕੰਟੈਕਟ ਕਰਨਾ ਚਾਹੁੰਦੇ ਨੇ, ਕੋਈ ਵੀ ਚੱਕੀਆਂ ਵਾਲੇ ਵੀਰ ਜਾਂ ਤੁਹਾਡੇ ਨਾਲ ਜੁੜਨਾ ਚਾਹੁੰਦੇ ਨੇ, ਤੁਹਾਡੀ ਜਿਹੜੀ ਬਣਾਈ ਹੋਈ ਆ ਯੂਨੀਅਨ ਉਹਦੇ ਨਾਲ, ਅਤੇ ਜਾਂ ਹੋਰ ਤੁਹਾਡੀ ਜਿਹੜੀ ਵੈਲਫੇਅਰ ਸੁਸਾਇਟੀ ਇਹਦੇ ਨਾਲ ਕੋਈ ਵੀ ਕੰਟੈਕਟ ਕਰਨਾ ਚਾਹੁੰਦੇ ਨੇ, ਆਪਣਾ ਨੰਬਰ ਜ਼ਰੂਰ ਦਿਓ। ਹਾਂਜੀ, ਇਹ ਨੰਬਰ ਆ ਜੀ ਸਾਡਾ 8195 54052, ਇਹ ਸਾਡਾ ਨੰਬਰ ਹੈ। ਨੰਬਰ ਜੀ ਇਹ 51950 54052। ਫਿਰ ਇੰਗਲਿਸ਼ ਦੇ ਵੀ ਦੱਸ ਦਈਏ 881 9 50 554 54 051। ਇਹ ਆਪਣੇ ਨੰਬਰ ਹੈ ਖਾਸ ਕਰਕੇ। ਬਾਕੀ ਜਿਹੜਾ ਇਹਦਾ ਹੈਲਪਲਾਈਨ ਸਿਸਟਮ ਆ, ਅਸੀਂ ਥੋੜ੍ਹੇ ਸਮੇਂ ਦੇ ਵਿੱਚ ਦੇਖ ਰਹੇ ਹਾਂ ਮੀਟਿੰਗ ਬੁਲਾ ਕੇ। ਹੁਣ ਥੋੜ੍ਹਾ ਜਿਹਾ ਕਰੋਨਾ ਵਾਇਰਸ ਚੱਲ ਰਿਹਾ, ਕਰੋਨਾ ਵਾਇਰਸ ਦੇ ਨਾਲ ਨਾਲ ਸਾਡੇ ਉੱਪਰ ਇੱਕ ਕਿਸਾਨੀ ਦੇ ਉੱਪਰ ਵੀ ਜਿਹੜਾ, ਕਿਉਂਕਿ ਇਹ ਜਿਹੜਾ ਸਮਾਂ ਹੈ ਕਹਿਰ ਬੜਾ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਬਾਣੀ ਦੇ ਵਿੱਚ ਬਖਸ਼ਿਸ਼ ਕਰਦੇ ਹੈ, ਰਾਜ ਬਿਨਾ ਨਹਿ ਧਰਮ ਚੱਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਜੋ ਰਾਜ ਸਿੰਘਾਸਣ ਹੈ ਕੱਤਰਤਾ ਦੇ ਮੁਤਾਬਕ ਚੱਲਣਾ ਹੈ। ਜਿਹੜੀਆਂ ਸਾਡੀਆਂ ਸਮੇਂ ਦੀਆਂ ਹਕੂਮਤਾਂ ਹੈ, ਜਿਹੜੀ ਪਬਲਿਕ ਜਨਤਾ ਹੈ, ਭਾਵੇਂ ਪਬਲਿਕ ਜਨਤਾ ਉਹ ਸਟੇਜ ਦੇ ਉੱਪਰ ਬਹਿੰਦੀ ਹੈ, ਇੱਕ ਨਗਰ ਦੇ ਚੌਂਕੀਦਾਰ ਤੋਂ ਲੈ ਕੇ, ਕਿਉਂਕਿ ਮੇਰੇ ਰੰਗਲੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਹੈ, ਸਾਡੇ ਇੰਡੀਆ ਦੀ ਰਾਜਧਾਨੀ ਦਿੱਲੀ ਹੈ। ਇਹ ਸਾਡੇ ਕਿਸਾਨ ਮਜ਼ਦੂਰੀ ਦੇ ਉੱਪਰ ਜਿਹੜਾ ਸਿਸਟਮ ਚੱਲ ਰਿਹਾ, ਕਿਉਂਕਿ ਇਹਦੇ ਨਾਲ ਨਾਲ ਸਾਡੇ ਇਕੱਤਰਤਾ ਜਦੋਂ ਇਕੱਠੇ ਹੋਵਾਂਗੇ ਨਗਰਾਂ ਦੇ ਵਿੱਚੋਂ, ਅਸੀਂ ਕਿਉਂਕਿ ਹੱਲਾ ਬੋਲ ਕੇ ਇਹ ਚੜ੍ਹਦੀ ਕਲਾ ਦੇ ਨਾਲ, ਕਿਉਂਕਿ ਅਸੀਂ ਜਿੰਨਾ ਵੀ ਹੈ ਆਪਣਾ ਹੱਕ ਕਿਉਂਕਿ ਪ੍ਰੇਮ ਦੇ ਨਾਲ ਵੀ ਲੈਣਾ ਹੈ। ਸਾਚ ਕਹੂੰ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤੈਨ ਹੀ ਪ੍ਰਭ ਪਾਇਓ। ਮਹਾਰਾਜ ਨਾਲ ਦੱਸ ਰਿਹਾ, ਕੋ ਕਿसी को राज न दे है, जो ले हैं निज बल से ले हैं। ਕਿਉਂਕਿ ਜੋ ਗੁਰੂ ਦਾ ਹੁਕਮ ਹੈ ਅਸੀਂ ਉਹਦੇ ਨਿਯਮਾਂ ਦੇ ਮੁਤਾਬਕ ਚੱਲ ਕੇ ਇਹ ਜਿਹੜਾ ਸ੍ਰਿਸ਼ਟੀ ਨੂੰ, ਕਿਉਂਕਿ ਦੁਨੀਆ ਸੰਸਾਰ ਦੇ ਸਫ਼ਰ ਦੇ ਵਿੱਚ ਮੈਂ ਇੱਕ ਆਪਣੇ ਰੰਗਲੇ ਪੰਜਾਬ ਤੋਂ ਜੋ ਪੂਰੇ ਇੰਡੀਆ ਆਲ ਵਰਲਡ ਦੀ ਸੰਗਤ ਨੂੰ ਸੰਦੇਸ਼ ਦੇਣਾ ਚਾਹੁੰਦਾ ਹੈ। ਪਰ ਤੁਹਾਡਾ ਮੈਂ ਸੰਗਤਾਂ ਦਾ ਅਤੀ ਧੰਨਵਾਦੀ ਹਾਂ, ਕਿਉਂ ਜੇ ਸਾਡੇ ਉੱਪਰ ਕੋਈ ਭੀੜ ਬਣੀ ਹੈ, ਸਾਡੀ ਕਿਸਾਨੀ ਮਜ਼ਦੂਰੀ ਦੇ ਉੱਪਰ ਬਣੀ ਭੀੜ, ਅਤੇ ਤੁਸੀਂ ਸਾਡੇ ਭਾਵੇਂ ਬੱਚੀਆਂ ਆਸਟ੍ਰੇਲੀਆ ਤੋਂ ਸਾਡੇ ਬੱਚੇ ਹੈ, ਕਿਉਂਕਿ ਅਸੀਂ ਤਾਂ ਕਹਿੰਦੇ ਸਾਡੀ, ਕਿਉਂਕਿ ਸਾਡੀ ਜਿਹੜੀ ਡਿਸਪੈਂਸਰ ਹੈ ਉਹ ਠੀਕ ਹੋ ਜਾਵੇ ਤਾਂ ਅਸੀਂ ਆਸਟ੍ਰੇਲੀਆ ਪਹੁੰਚ ਜਾਈਏ ਜਾਂ ਕੈਨੇਡਾ। ਅਸੀਂ ਉਹਨਾਂ ਨੌਜਵਾਨ ਬੱਚੀਆਂ ਨੂੰ, ਉਹਨਾਂ ਬਜ਼ੁਰਗਾਂ ਨੂੰ, ਕਿਉਂਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਹੈ, ਕਿਉਂਕਿ ਉਹ ਹੈਲਪ ਵਾਸਤੇ ਕਿਉਂਕਿ ਜੋ ਪਹੁੰਚੇ ਹੈ। ਜੇ ਮੈਂ ਕੈਨੇਡਾ ਦੀ ਗੱਲ ਕਰਾਂ, ਇੱਕ ਟਿਕਟ ਦੀ ਗੱਲ ਕਰਾਂ, ਉਹ ਇਸੇ ਵਿਸ਼ੇ ਦੇ ਉੱਪਰ ਹੀ ਆਏ ਆ ਨਾ, ਕਿਉਂਕਿ ਇਸ ਵਾਸਤੇ ਅੱਜ ਕੱਲ੍ਹ ਅਪ ਡਾਊਨ ਦੀ ਜਿਹੜੀ ਟਿਕਟ ਹੈ 2 ਲੱਖ ਰੁਪਈਆ ਇੱਕ ਆਦਮੀ ਦਾ ਲੱਗ ਜਾਂਦਾ, ਅਤੇ ਸਾਡੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਾਡੇ ਉਹਨਾਂ ਨੌਜਵਾਨ ਭਰਾਵਾਂ ਨੇ, ਕਿਉਂਕਿ ਸਾਡੇ ਬੱਚੇ ਬੱਚੀਆਂ ਨੇ, ਸਾਡੇ ਭਰਾਵਾਂ ਨੇ ਕਿਉਂਕਿ ਪਹੁੰਚ ਕੇ, ਕਿਉਂਕਿ ਬੜਾ ਕਿਸਾਨੀ ਮਜ਼ਦੂਰੀ ਦੇ ਦੌਰ ਦੇ ਵਿੱਚ, ਅਤੇ ਸਾਡੇ ਜਿਹੜੇ ਆਰਮੀ ਦੇ ਜਵਾਨ ਹੈ, ਜਦੋਂ ਸਾਡੇ ਉੱਪਰ ਪ੍ਰਸ਼ਾਸਨ ਕਿਉਂਕਿ ਜ਼ਿਆਦਾ ਸ਼ਕਤੀ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸ ਟਾਈਮ ਦੇ ਉੱਪਰ, ਅਤੇ ਸਾਡੇ ਜਿਹੜੇ ਆਰਮੀ ਦੇ ਜਵਾਨ ਆ ਉਹ ਵੀ ਸਾਡੇ ਉਹਨਾਂ ਵੀਰਾਂ ਨੇ ਕਿਹਾ ਸਾਨੂੰ ਤੁਸੀਂ ਬਾਰਡਰਾਂ ਦੇ ਉੱਪਰ ਟੰਗਿਆ, ਅਤੇ ਸਾਡੇ ਬਜ਼ੁਰਗਾਂ ਦੇ ਉੱਪਰ ਤੁਸੀਂ ਲਾਠੀ ਚਾਰਜ ਕਰਦੇ ਹੋ, ਕਿਉਂਕਿ ਇਹਨਾਂ ਦੇ ਉੱਪਰ ਵੀ ਕਿਉਂਕਿ ਮਹਾਰਾਜ ਰਹਿਮਤਾਂ ਬਖਸ਼ਾਂ ਕਰਨ। ਜਿਹੜਾ ਸਾਨੂੰ ਆਪਣਾ ਹੱਕ ਹੈ, ਇਹ ਜਿਹੜੇ ਆਰਡੀਨੈਂਸ ਦੇ ਉੱਪਰ ਜਿਹੜੇ ਇਹ ਕਾਨੂੰਨ ਹੈ, ਕਿਉਂਕਿ ਇਹ ਸਮੇਂ ਦੀ ਜਿਹੜੀ ਹਕੂਮਤ ਹੈ ਉਹਨਾਂ ਨੂੰ ਵਾਪਸ ਲੈ ਕੇ, ਕਿਉਂਕਿ ਜਿਹੜਾ ਸਾਡਾ ਹੱਕ ਹੈ ਉਹਨਾਂ ਨਿਯਮਾਂ ਦੇ ਮੁਤਾਬਕ। ਅੱਜ ਹੁਣ ਮੈਂ ਗੱਲ ਕਰਾਂ, ਇਹ ਜਿਹੜੀ ਆਟਾ ਚੱਕੀ ਆ ਇਹਦੇ 'ਚ GST ਵੀ ਲੱਗ ਰਹੀ ਨਾਲ ਨਾਲ, ਇਹ ਜਿੰਨੇ ਵੀ ਜਿਹੜੇ ਟੈਕਸ ਹੈ, ਕਿਉਂਕਿ ਇੱਕ ਸਾਈਕਲ ਟੈਕਸ ਹੁੰਦਾ ਹੈ, MD ਲਾ ਕੇ ਜਿਹੜੀ ਆ ਰਹੀ ਹੈ, ਇਹਦੇ ਉੱਪਰ ਵੀ ਪੂਰੇ ਆਲ ਪੰਜਾਬ ਦੇ ਵਿੱਚ ਅਸੀਂ ਨਾਲ ਕਿਉਂਕਿ ਨਾਲ ਚੱਕੀਆਂ ਵਾਲੇ ਵੀਰਾਂ ਦੇ ਵੀ ਨਾਲ ਦੇਖ ਰਹੇ ਹਾਂ, ਕਿਉਂਕਿ ਸਤਿਗੁਰੂ ਰਹਿਮਤਾਂ ਬਖਸ਼ਿਆ ਕਰਨ, ਸਾਡੇ ਵਿੱਚ ਮਹਾਰਾਜ ਏਕਤਾ ਥਪਾਕ ਬਖਸ਼ਿਸ਼ ਕਰਨ। ਜਿਸ ਤਰ੍ਹਾਂ ਇਸ ਭਵਜਲ ਸੰਸਾਰ ਦੇ ਸਫ਼ਰ ਸਾਡੇ ਕੌਮ ਦੇ ਪੰਥ ਦੇ ਜਰਨੈਲਾਂ ਨੇ ਲਾਲ ਕਿਲ੍ਹੇ ਤੱਕ ਕਿਉਂਕਿ ਪਹੁੰਚ ਕੇ ਕਿੰਨੀ ਵਾਰ ਲਾਲ ਕਿਲ੍ਹੇ ਨੂੰ ਕਿਉਂਕਿ ਫਤਿਹ ਕਰਨਾ ਕੀਤਾ ਦਿੱਲੀ ਨੂੰ, ਉਸ ਸਮੇਂ ਦੇ ਮੁਤਾਬਕ ਇਹ ਸਤਿਗੁਰੂ ਰਹਿਮਤਾਂ ਇਹ ਬਖਸ਼ਿਆ ਕਰਨ।
ਅਸੀਂ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਜਿਹੜੀ ਕੌਮ ਹੈ ਸਿੱਖ ਕੌਮ ਸਾਰਾ ਜਗਤ ਸੰਸਾਰ ਇਸ ਭਵਜਲ ਸੰਸਾਰ ਦੇ ਸਫ਼ਰ ਦੇ ਵਿੱਚ ਇਹ ਜਿਹੜਾ ਮਸਲਾ ਹੈ ਇਕੱਲੇ ਸਿੱਖਾਂ ਦਾ ਨਹੀਂ, ਇਹ ਸਾਡਾ ਆਲ ਇੰਡੀਆ ਦੇ ਵਿੱਚ ਜੋ ਵੀ ਸਾਡੇ ਉੱਪਰ ਕਿਉਂਕਿ ਅਤਿਆਚਾਰ ਹੋ ਰਿਹਾ ਹੈ ਉਹਦੇ ਮੁਤਾਬਕ ਜੋ ਇਹ ਸਟੈਂਡ ਫਾਰਮਲ ਜਿਹਦੇ ਆਧਾਰ ਦੇ ਵਿੱਚ ਲਿਆ ਜਾ ਰਿਹਾ ਕਿਉਂਕਿ ਸਤਿਗੁਰੂ ਰਹਿਮਤਾਂ ਬਖਸ਼ਿਆ ਕਰਨ, ਇਹਦੇ 'ਚ ਫਤਿਹ ਬਖਸ਼ਿਸ਼ ਕਰਨ। ਸਮੇਂ ਦੀਆਂ ਜਿਹੜੀਆਂ ਹਕੂਮਤਾਂ ਇਸ ਸਮੇਂ ਨੂੰ ਸਿਧਾਂਤ ਨੂੰ ਸਮਝਦਿਆਂ ਹੋਇਆਂ ਪਬਲਿਕ ਜਨਤਾ ਦੇ ਵਿੱਚ ਅਸੀਂ ਕਿਉਂਕਿ ਨਾਮਾ ਖੱਟ ਸਕੀਏ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਮਾਹੌਲ ਨੂੰ ਖਰਾਬ ਕਰਕੇ ਸਮੇਂ ਨੂੰ ਕਿਉਂਕਿ ਦੁੱਖਾਂ ਦਾ ਕਾਰਨ ਜਿਹੜਾ ਨਾ ਖੜਾ ਕਰ ਸਕੀਏ। ਇੱਕ ਕਾਰਨ ਰੂਪ ਸੰਸਾਰ ਇਸ ਵਾਸਤੇ ਦਾਸ ਦੁਬਾਰਾ ਫਿਰ ਬੇਨਤੀ ਕਰਦਾ ਹੈ, ਸਾਡੀ ਡਿਊਟੀ ਨਿਸ਼ਕਾਮ ਧਰਮ ਦਾ, ਗੁਰਮਤਿ ਦਾ, ਸਿੱਖੀ ਦਾ ਪ੍ਰਚਾਰ ਕਰਨਾ, ਵੱਧ ਤੋਂ ਵੱਧ ਲਾਇਬ੍ਰੇਰੀਆਂ ਖੋਲ੍ਹਣੀਆਂ। ਸਾਡੀ ਕੌਮ ਜਿਹੜੀ ਹੈ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਕਿਉਂਕਿ ਜਿਹੜਾ ਧਰਮ ਦਾ, ਸਿੱਖੀ ਦਾ ਪ੍ਰਚਾਰ ਕਰ ਸਕੀਏ। ਇਹ ਜਿਹੜਾ ਅਸੀਂ ਆਟਾ ਚੱਕੀਆਂ ਦਾ ਵਿਸ਼ਾ ਨਾਲ ਦੇਖਣਾ ਕੀਤਾ ਹੈ, ਇੱਕ ਹੈੱਡ ਹਾਊਸ ਦੇ ਉੱਪਰ ਆਟਾ ਚੱਕੀ ਇੱਕ ਰਜਿਸਟਰਡ ਹੋਣ ਦਾ ਕਾਰਨ ਕਰਕੇ ਕਾਨੂੰਨੀ ਨਿਯਮਾਂ ਦੇ ਮੁਤਾਬਕ ਅਸੀਂ ਨਾਲ ਦੇਖਦਿਆਂ ਹੋਇਆਂ ਇਹ ਸਤਿਗੁਰੂ ਰਹਿਮਤਾਂ ਇਹ ਬਖਸ਼ਿਆ ਕਰਨ ਸਾਨੂੰ ਤਾਂ ਜਿਹੜਾ ਨਾਲ ਕਦਮ ਚੁੱਕ ਕੇ ਬੜਾ ਸੰਯੋਗ ਜਿਹੜਾ ਪਬਲਿਕ ਜਨਤਾ ਦੇ ਵਿੱਚੋਂ ਨਾਲ ਕਿਉਂਕਿ ਇਹ ਮਿਲ ਰਿਹਾ। ਬਾਕੀ ਕਿਉਂਕਿ ਜਿਹੜੇ ਘੱਟ ਵੱਧ ਜਿਸ ਤਰ੍ਹਾਂ ਕੋਈ ਰੇਟ ਕਰਨੇ ਉਹਦੇ ਮੁਤਾਬਕ ਪਬਲਿਕ ਜਨਤਾ ਦੇ ਉੱਪਰ ਵੀ ਅੱਜ ਕੱਲ੍ਹ ਸਮਾਂ ਕਿਸ ਤਰ੍ਹਾਂ ਦਾ ਸਾਡੇ ਉੱਪਰ ਚੱਲ ਰਿਹਾ, ਉਹਨਾਂ ਵਿਸ਼ਿਆਂ ਨੂੰ ਦੇਖਦਿਆਂ ਹੋਇਆਂ ਇਹ ਜਿਹੜੀ ਲਿਸਟ ਉੱਪਰ ਆਪਾਂ ਦੇਖ ਰਹੇ ਹਾਂ ਇਹ ਸਾਰੀ ਉਹਦੇ ਮੁਤਾਬਕ ਸਾਰਾ ਕੁਝ ਹੋ ਰਿਹਾ। ਸਤਿਗੁਰੂ ਕਿਰਪਾ ਕਰਨ, ਰਹਿਮਤਾਂ ਬਖਸ਼ਿਆ ਕਰਨ। ਬਹੁਤ ਬਹੁਤ ਧੰਨਵਾਦ ਜੀ। ਦਰਸ਼ਕੋ ਤੁਸੀਂ ਗੱਲਬਾਤ ਸਾਰੀ ਸੁਣੀ ਬਾਬਾ ਕਰਮਜੀਤ ਸਿੰਘ ਜੀ ਕੋਲੋਂ ਜੋ ਵੀ ਇਹਨਾਂ ਨੇ ਦੱਸਿਆ, ਜਿਵੇਂ ਇਹਨਾਂ ਦੀ ਵੈਲਫੇਅਰ ਸੁਸਾਇਟੀ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਜੋ ਇਹਨਾਂ ਦੀ ਯੂਨੀਅਨ ਜਿਹੜੀ ਆਟਾ ਚੱਕੇ ਯੂਨੀਅਨ ਦੀ ਆਲ ਪੰਜਾਬ ਦੀ ਯੂਨੀਅਨ ਇਹਨਾਂ ਨੇ ਬਣਾਈ ਹੋਈ ਆ, ਉਹਦੇ ਵਿੱਚ ਵੀ ਇਹਨਾਂ ਵੱਲੋਂ ਬੇਨਤੀ ਕੀਤੀ ਗਈ ਕਿ ਜਿੰਨੇ ਵੀ ਪੰਜਾਬ ਦੇ ਆਟਾ ਚੱਕੇ ਯੂਨੀਅਨ ਵਾਲੇ ਨੇ ਉਹ ਵੀ ਸਾਰੇ ਇਹਨਾਂ ਨਾਲ ਜੁੜ ਸਕਦੇ ਨੇ ਅਤੇ ਜੋ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਨਾਂ ਦਾ ਵੀ ਸਾਹਮਣਾ, ਜਿੰਨਾ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਉਹ ਮੁਸ਼ਕਲਾਂ ਦਾ ਹੱਲ ਵੀ ਇਹਨਾਂ ਵੱਲੋਂ ਕੀਤਾ ਜਾਊਗਾ। ਅਤੇ ਹੋਰ ਵੀ ਜੋ ਗੁਰਮਤਿ ਦੀ ਸੇਵਾ ਕਰ ਰਹੇ ਨੇ ਉਹ ਵੀ ਸਾਰੀ ਤੁਸੀਂ ਗੱਲਬਾਤ ਜਿਹੜੀ ਸੁਣ ਚੁੱਕੇ ਹੋ। ਬਾਬਾ ਜੀ ਨੇ ਆਪਣਾ ਨੰਬਰ ਵੀ ਦਿੱਤਾ ਵਾ, ਨਾਲ ਨੰਬਰ ਸਕਰੀਨ ਦੇ ਉੱਪਰ ਵੀ ਆ ਰਿਹਾ। ਜੋ ਵੀ ਕੋਈ ਇਹਨਾਂ ਦੇ ਨਾਲ ਸੰਪਰਕ ਕਰਨਾ ਚਾਹੁੰਦਾ ਉਹ ਨੰਬਰ ਦੇ ਉੱਤੇ ਕਨੈਕਟ ਕਰਕੇ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੇ ਨਾਲ ਤਾਲਮੇਲ ਕਰ ਸਕਦਾ। ਤਬਦਾ ਸੱਚ ਨਿਊਜ਼ ਤੋਂ ਰਿਪੋਰਟਿੰਗ ਕਮਲਜੀਤ ਸਿੰਘ ਮਰਖਾਣਾ।